ਧੰਨ ਵਾਹਿਗੁਰੂ ਸਾਹਿਬ ਜੀ। ਧਰ ਜੀਅੜੇ ਇੱਕ ਟੇਕ ਤੋਂ ਲਾਹ ਵਿਡਾਣੀ ਆਸ। ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ। ਧੰਨ ਵਾਹਿਗੁਰੂ ਸਾਹਿਬ ਜੀ। ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ। ਕਹੁ ਨਾਨਕ ਬਿਨ ਹਰ ਭਜਨ ਬਿਰਥਾ ਜਨਮੋ ਸਿਰਾਨ। ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤਹਿ ਜਾਨ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਂ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਬੈਠੇ ਸਤਿਕਾਰੇ ਵਡਭਾਗੇ ਸਤਸੰਗੀ ਜਨੋ, ਆਪ ਜੀ ਨੇ ਸ਼ਾਮਾਂ ਦੇ ਵਿਸ਼ੇਸ਼ ਦੀਵਾਨ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਸੋਦਰ ਸਾਹਿਬ ਜੀ ਦਾ ਪਾਠ ਸ਼ਰਵਣ ਕੀਤਾ ਹੈ। ਉਪਰੰਤ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦੇ 57 ਸ਼ਲੋਕਾਂ ਦੀ ਲੜੀਵਾਰ ਗੁਰੂ ਗੋਦ ਵਿੱਚ ਗੁਰੂ ਬਖਸ਼ਿਸ਼ ਦੇ ਨਾਲ ਵਿਚਾਰ ਸਾਂਝਾ ਕਰਨ ਦਾ ਯਤਨ ਕਰ ਰਹੇ ਹਾਂ। 28 ਅਤੇ 29 ਨੰਬਰ ਸ਼ਲੋਕ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 1427 ਅੰਕ ਉੱਪਰ ਇਹ ਮੁਬਾਰਕ ਬਚਨ ਸੁਭਾਇਮਾਨ ਹਨ। ਸੋ ਆਓ ਗੁਰੂ ਦੀ ਬਖਸ਼ਿਸ਼ ਕਿਰਪਾ ਨਾਲ ਮੁਬਾਰਕ ਸ਼ਲੋਕਾਂ ਨੂੰ ਵਿਚਾਰਨ ਦਾ ਯਤਨ ਕਰੀਏ। ਪ੍ਰਾਰੰਭਤਾ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਇਹਨਾਂ ਦੋਨਾਂ ਹੀ ਸ਼ਲੋਕਾਂ ਦੇ ਵਿੱਚ ਦੋ ਰਾਹਾਂ ਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ ਹੈ। ਹਰ ਮਨੁੱਖੀ ਜੀਵਨ ਦੇ ਸਾਹਮਣੇ ਇਹ ਦੋ ਰਾਹ ਹਨ, ਦੋ ਆਪਸ਼ਨਾਂ ਕਹਿ ਲਈਏ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਇੱਕ ਉਹ ਲੋਕ ਦਿਖਾਏ ਨੇ ਜਿਹੜੇ ਪਰਿਵਾਰਾਂ ਦੇ ਵਿੱਚ ਰਹਿੰਦੇ ਸਨ, ਜ਼ਿੰਮੇਵਾਰ ਕਹਿ ਲਈਏ, ਗ੍ਰਸਤੀ, ਤੇ ਦੂਜੇ ਰਾਹ ਅਪਣਾਉਣ ਵਾਲਿਆਂ ਨੂੰ ਤਿਆਗੀ, ਬੈਰਾਗੀ, ਸੰਨਿਆਸੀ, ਜੋਗੀ, ਸਿੱਧ, ਇਸ ਰੂਪ ਦੇ ਵਿੱਚ ਮਹਾਰਾਜ ਨੇ ਬਾਣੀ ਦੇ ਵਿੱਚ ਦਰਸਾਇਆ ਹੈ। ਰਾਹ ਦੋ ਹੀ ਹਨ, ਇੱਕ ਰਾਹ ਸੱਚ ਦਾ ਹੈ, ਇੱਕ ਰਾਹ ਝੂਠ ਦਾ ਹੈ, ਇੱਕ ਰਾਹ ਨੇਕੀ ਦਾ ਹੈ, ਇੱਕ ਰਾਹ ਬਦੀ ਦਾ ਹੈ। ਇੱਕ ਰਾਹ ਹੈ ਇਖਲਾਕ ਵਾਲਿਆਂ ਦਾ, ਗੁਣਾਂ ਵਾਲਿਆਂ ਦਾ, ਇੱਕ ਹੈ ਅਵਗੁਣ ਇਕੱਠੇ ਕਰਨ ਵਾਲਿਆਂ ਦਾ। ਮਹਾਰਾਜ ਜੀ ਨੇ ਇਹਨਾਂ ਸ਼ਲੋਕਾਂ ਦੇ ਵਿੱਚ ਵੀ ਦੋ ਰਾਹ ਦੱਸੇ ਹਨ ਔਰ ਦੋਨਾਂ ਦੇ ਬਾਰੇ ਮਹਾਰਾਜ ਜੀ ਨੇ ਬੜੇ ਕਲੀਅਰ ਜਿਹੇ ਸ਼ਬਦ ਕਹੇ ਨੇ, ਕਿਉਂਕਿ ਬੰਦੇ ਨੂੰ ਚੋਣ ਕਰਨੀ ਸੌਖੀ ਹੋ ਜਾਏ। ਜਦੋਂ ਤੱਕ ਸਾਡੇ ਸਾਹਮਣੇ ਰਾਹ ਹੀ ਇੱਕ ਹੁੰਦਾ ਹੈ, ਆਪਸ਼ਨ ਹੀ ਨਹੀਂ ਹੁੰਦੀ, ਸਾਡਾ ਨਾ ਵੀ ਜੀ ਕਰੇ ਤੇ ਅਸੀਂ ਬੱਧਾ ਚੱਟੀ ਜਾਵਾਂਗੇ।
ਧੱਕਾ ਕਰਾਂਗੇ ਆਪਣੇ ਆਪ ਨਾਲ, ਕਿਉਂਕਿ ਰਸਤਾ ਹੀ ਇੱਕ ਹੈ। ਜਿਵੇਂ ਬਾਣੀ ਚ ਮਹਾਰਾਜ ਨੇ ਆਖਿਆ ਨਾ, ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ। ਜਦੋਂ ਬੱਧਾ ਚੱਟੀ ਹੋਵੇ ਉਦੋਂ ਹੀ ਥਕੇਵਾਂ ਹੁੰਦਾ, ਉਦੋਂ ਅਕੇਵਾਂ ਵੀ ਹੋਣ ਲੱਗ ਪੈਂਦਾ ਕਿ ਕਦੋਂ ਇਹ ਸਫ਼ਰ ਮੁੱਕੇਗਾ। ਜਿਹੜੇ ਸੁਸਾਈਡ ਕਰਦੇ ਨੇ, ਖਾਤਮਾ ਕਰਦੇ ਨੇ, ਆਪਣੇ ਆਪ ਨੂੰ ਮਾਰਦੇ ਨੇ, ਉਹਦਾ ਕਾਰਨ ਹੀ ਹੁੰਦਾ, ਉਹ ਥੱਕ ਜਾਂਦੇ ਨੇ। ਇੰਨਾ ਅਕੇਵੇਂ ਦਾ ਬੋਝ ਵੱਧ ਜਾਂਦਾ ਕਿ ਉਹ ਕਹਿੰਦੇ ਨੇ ਸਫ਼ਰ ਹੀ ਨਹੀਂ ਮੁੱਕ ਰਿਹਾ। ਚੰਗਾ ਹੈ ਰਸਤੇ ਦੇ ਵਿੱਚ ਆਪ ਹੀ ਕੁਇਟ ਕਰ ਜਾਓ। ਉਹ ਇੱਕ ਐਸਾ ਰਾਹ ਅਪਣਾਉਂਦੇ ਨੇ ਜਿਹੜਾ ਭਾਵੇਂ ਆਪਸ਼ਨ ਦੇ ਵਿੱਚ ਨਹੀਂ ਹੁੰਦਾ, ਪਰ ਉਹਨਾਂ ਦੀ ਆਪਣੀ ਚੋਣ ਬਣ ਜਾਂਦੀ ਹੈ। ਉਹ ਹੁੰਦੀ ਆਪਣੇ ਆਪੇ ਨੂੰ ਮੁਕਾ ਦੇਣਾ, ਕਿਉਂਕਿ ਸਫ਼ਰ ਹੀ ਨਹੀਂ ਮੁੱਕ ਰਿਹਾ। ਸਫ਼ਰ ਇੰਨਾ ਲੰਮਾ ਹੋ ਗਿਆ, ਔਰ ਜੇ ਸਫ਼ਰ ਹੋ ਹੀ ਬੋਰਿੰਗ ਜਾਵੇ, ਕੋਈ ਸਵਾਦ ਵੀ ਨਾ ਆਵੇ ਸਫ਼ਰ ਦੇ ਵਿੱਚ, ਕੋਈ ਦ੍ਰਿਸ਼ ਵੀ ਨਾ ਹੋਣ, ਇਸੇ ਕਰਕੇ ਲੋਕ ਖਾਸ ਉਹਨਾਂ ਪਲੇਸ ਤੇ ਘੁੰਮਣ ਵਾਸਤੇ ਜਾਂਦੇ ਨੇ ਜਿੱਥੇ ਕੁਝ ਦੇਖ ਕੇ ਮਨ ਨੂੰ ਸਕੂਨ ਆਵੇ, ਚੰਗਾ ਲੱਗੇ, ਅੱਖਾਂ ਨੂੰ ਚੰਗਾ ਲੱਗੇ। ਉੱਥੇ ਚਿੜੀਆਂ ਦਾ ਚਹਿਕਣਾ, ਫੁੱਲਾਂ ਦਾ ਖਿੜੇ ਹੋਣਾ, ਬੰਦੇ ਨੂੰ ਕੁਝ ਨਾ ਕੁਝ ਉੱਥੇ ਪਿਆਰ, ਰਸ, ਇਹ ਸਾਰਾ ਕੁਝ ਪ੍ਰਾਪਤ ਹੋ ਰਿਹਾ ਹੋਵੇ, ਬੰਦਾ ਉੱਥੇ ਜਾਣਾ ਚਾਹੇਗਾ, ਉਹ ਆਪਸ਼ਨ ਚੁਣੇਗਾ। ਉਸ ਰਸਤੇ ਤੇ ਨਹੀਂ ਪੈਣਾ ਚਾਹੇਗਾ ਜਿੱਥੇ ਸਾਰੇ ਪਾਸੇ ਰੇਤ ਹੀ ਰੇਤ ਖਿਲ ਰਹੀ ਹੋਵੇ, ਦੂਰ ਦੁਰਾਡੇ ਤੱਕ ਨਾ ਕੋਈ ਦਰਖਤ, ਨਾ ਕੋਈ ਪੰਛੀ ਤੇ ਨਾ ਕੋਈ ਰਾਹਗੀਰ ਹੋਵੇ, ਤੇ ਸਫ਼ਰ ਵੀ ਏਡਾ ਲੰਮਾ ਹੋਵੇ ਕਿ ਮੁੱਕਣ ਤੇ ਹੀ ਨਾ ਆਏ। ਤੁਸੀਂ ਸੋਚੋ ਕਿ ਉਸ ਸਫ਼ਰ ਦੇ ਵਿੱਚ ਚੱਲ ਰਹੇ ਬੰਦੇ ਤੇ ਬੀਤਦੀ ਕੀ ਹੈ, ਆਪਸ਼ਨ ਨਹੀਂ ਹੈਗੀ। ਸੋ ਗੁਰੂ ਮਹਾਰਾਜ ਨੇ ਆਖਿਆ ਕਿ ਕਰਤੇ ਵਾਹਿਗੁਰੂ ਨੇ ਕੀ ਕੀਤਾ, ਇਸ ਕੁਦਰਤ ਨੂੰ ਬਣਾ ਕੇ ਨਾ ਦੋ ਚੀਜ਼ਾਂ ਪੇਸ਼ ਕਰ ਦਿੱਤੀਆਂ ਬੰਦੇ ਦੇ ਸਾਹਮਣੇ। ਫਿਰ ਉਹਦੀਆਂ ਲੇਅਰ ਗੁਰਬਾਣੀ ਵਿੱਚ ਵੱਖ-ਵੱਖ ਦਿਖਾਈਆਂ ਨੇ, ਪਰ ਦੋ ਬੇਸਿਕ ਦੱਸੀਆਂ ਨੇ, ਉਹ ਹੈ ਬਿਖ, ਅੰਮ੍ਰਿਤ, ਕਰਤਾਰ ਉਪਾਏ। ਇਹ ਬੰਦੇ ਦੀ ਉਪਜ ਨਹੀਂ ਹੈ, ਬੰਦੇ ਦੀ ਕਾਢ ਨਹੀਂ ਹੈ। ਪਰਮੇਸ਼ਵਰ ਨੇ ਦੋ ਚੀਜ਼ਾਂ ਬਣਾਈਆਂ ਨੇ, ਬਿਖ, ਅੰਮ੍ਰਿਤ, ਕਰਤਾਰ ਉਪਾਏ। ਸੰਸਾਰ ਬਿਰਖ ਕੋ ਦੋਏ ਫਲ ਲਾਏ। ਹੁਣ ਦੋਨਾਂ ਵਿੱਚੋਂ ਇੱਕ ਤਾਂ ਖਾਣਾ ਹੀ ਪੈਣਾ, ਇੱਕ ਦੀ ਚੋਣ ਤਾਂ ਹੋਏਗੀ ਹੋਏਗੀ। ਜੇ ਬਿਖ ਦੀ ਨਾ ਹੋਈ ਤਾਂ ਅੰਮ੍ਰਿਤ ਤਾਂ ਬੰਦੇ ਨੇ ਖਾਣਾ ਹੀ ਖਾਣਾ, ਤੇ ਜੇ ਅੰਮ੍ਰਿਤ ਵੱਲ ਧਿਆਨ ਹੀ ਨਾ ਗਿਆ ਤੇ ਬਿਖ ਤੇ ਬੰਦਾ ਜਾਣੇ ਅਣਜਾਣੇ ਚ ਹੀ ਖਾ ਰਿਹਾ ਹੁੰਦਾ, ਉਹਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਇਹ ਜ਼ਹਿਰ ਹੈ। ਕਈ ਵਾਰੀ ਇਹ ਵੱਖਰੀ ਗੱਲ ਹੈ ਕਿ ਉਹਨੂੰ ਜ਼ਹਿਰ ਅੰਮ੍ਰਿਤ ਲੱਗ ਰਿਹਾ ਹੁੰਦਾ, ਇਸ ਕਰਕੇ ਉਹਦੇ ਵਿੱਚ ਹੀ ਉਹ ਸਵਾਦ ਲੈ ਰਿਹਾ ਹੁੰਦਾ। ਇਸ ਬਾਰੇ ਵੀ ਬਾਣੀ ਚ ਮਹਾਰਾਜ ਨੇ ਕਿਹਾ ਹੈ, ਅੰਮ੍ਰਿਤ ਕੌੜਾ ਬੀਖਿਆ ਮੀਠੀ। ਬੰਦੇ ਨੂੰ ਕਈ ਵਾਰੀ ਅੰਮ੍ਰਿਤ ਕੌੜਾ ਲੱਗਦਾ ਤੇ ਜ਼ਹਿਰ ਮਿੱਠਾ ਲੱਗਦਾ। ਹੁਣ ਇਹ ਕਿੱਦਾਂ ਹੋ ਗਿਆ? ਜ਼ਹਿਰ, ਕੌੜੀ ਚੀਜ਼ ਤਾਂ ਕੌੜੀ ਲੱਗਣੀ ਚਾਹੀਦੀ ਹੈ ਨਾ, ਮਿੱਠੀ ਚੀਜ਼ ਦਾ ਟੇਸਟ ਤੇ ਮਿੱਠਾ ਹੀ ਹੋਣਾ ਚਾਹੀਦਾ ਨਾ, ਪਰ ਇਹ ਉਲਟ ਕਿੱਦਾਂ ਹੋ ਜਾਂਦਾ? ਤੁਸੀਂ ਕਦੀ ਘਰ ਦੇ ਵਿੱਚ ਵਾਤਾਵਰਣ ਵੇਖਿਆ ਹੋਵੇ ਕਿ ਰੋਜ਼-ਮਰਰਾ ਸਬਜ਼ੀ ਬਣਦੀ ਹੈ, ਦਾਲ ਬਣਦੀ ਹੈ, ਘਰ ਦੇ ਵਿੱਚ ਜੋ ਵੀ ਫੂਡ ਅਸੀਂ ਪਕਾਉਂਦੇ ਹਾਂ, ਪਰ ਜਦੋਂ ਕੋਈ ਪਰਿਵਾਰ ਦੇ ਵਿੱਚ ਇੱਕ ਬੰਦਾ ਬਿਮਾਰ ਪੈ ਜਾਏ ਨਾ, ਉਹਨੂੰ ਬੁਖਾਰ ਹੋ ਜਾਏ, ਖਾਸ ਕਰਕੇ ਬੁਖਾਰ ਦੇ ਦਿਨ ਤੇ ਤੁਸੀਂ ਵੇਖਿਆ ਹੋਏਗਾ, ਸਾਰੇ ਬੈਠ ਕੇ ਉਸ ਟੇਬਲ ਤੇ ਰੋਟੀ ਖਾ ਰਹੇ ਨੇ, ਜਦੋਂ ਉਹ ਖਾਣ ਲੱਗ ਪੈਂਦਾ ਤੇ ਉਹ ਦੂਜਿਆਂ ਦੇ ਫੇਸ ਵਹਿੰਦਾ, ਕਿਉਂਕਿ ਉਹਨੂੰ ਆਪਣੇ ਆਪ ਨੂੰ ਕੌੜਾ ਲੱਗ ਰਿਹਾ ਕੁਝ ਖਾ ਕੇ। ਉਹ ਘਰਦਿਆਂ ਨੂੰ ਕਹਿੰਦਾ, ਅੱਜ ਕੌੜੀ ਕਿਉਂ ਬਣਾਤੀ ਜੇ ਦਾਲ, ਕੁਝ ਸਵਾਦ ਨਹੀਂ ਆ ਰਿਹਾ, ਟੇਸਟ ਨਹੀਂ ਆ ਰਿਹਾ, ਇਹ ਏਡੀ ਬੇਰਸੀ ਕੌੜੀ ਜੀ ਕਿਉਂ ਹੈ? ਘਰ ਦੇ ਕਹਿੰਦੇ ਬੜੀ ਸਵਾਦਲੀ ਚੀਜ਼ ਹੈ, ਸਾਰੇ ਬੱਚੇ ਵੀ ਕਹਿ ਰਹੇ ਨੇ ਬੜਾ ਸਵਾਦ ਆ ਰਿਹਾ। ਉਹ ਕਹਿੰਦਾ ਨਹੀਂ, ਮੈਂ ਕੋਈ ਝੂਠ ਬੋਲਦਾ, ਇਹ ਕੌੜੀ ਹੈ, ਇਹ ਬੇਰਸੀ, ਸਵਾਦ ਨਹੀਂ ਹੈਗਾ। ਫਿਰ ਉੱਠ ਕੇ ਉਹਦੀ ਪਤਨੀ ਉਹਦਾ ਹੱਥ ਫੜ ਕੇ ਉਹਦੇ ਮੱਥੇ ਨੂੰ ਹੱਥ ਲਾਉਂਦੀ ਹੈ, ਅਸਲ ਵਿੱਚ ਕਹਿੰਦੀ ਹੈ ਦਾਲ ਦਾ ਕਸੂਰ ਨਹੀਂ, ਤੁਹਾਡਾ ਹੀ ਵਾਤਾਵਰਣ ਬਦਲਿਆ ਹੋਇਆ, ਟੈਂਪਰੇਚਰ ਤੁਹਾਡਾ ਚੇਂਜ ਹੋਇਆ, ਦਾਲ ਤੇ ਉਹੀ ਹੈ ਜਿਹੜੇ ਸਾਰੇ ਖਾ ਰਹੇ ਨੇ। ਇਹ ਇੱਕ ਸੌਖੀ ਉਦਾਹਰਣ ਹੈ ਸਮਝਣ ਮਾਤਰ। ਅੰਮ੍ਰਿਤ ਕੌੜਾ ਬੀਖਿਆ ਮੀਠੀ, ਸਾਕਤ ਕੀ ਬਿਦ ਨੈਨੋ ਡੀਠੀ। ਮਹਾਰਾਜ ਕਹਿੰਦੇ ਨੇ ਮੈਂ ਸਾਕਤ ਬੰਦੇ ਦੀ ਲਾਈਫ ਵਿੱਚ ਇਹ ਹਕੀਕਤ ਵੇਖੀ ਹੈ, ਉਹਨੂੰ ਚੰਗੀ ਚੀਜ਼ ਵੀ ਕੌੜੀ ਲੱਗ ਰਹੀ ਹੈ, ਮਾਫਕ ਨਹੀਂ ਆ ਰਹੀ, ਹਜਮ ਨਹੀਂ ਹੋ ਰਹੀ। ਬਾਣੀ ਚ ਆਖਿਆ ਨਾ ਮਹਾਰਾਜ ਕਿ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਇਹ ਹੁੰਦਾ ਕਿਉਂ ਹੈ? ਸੱਚ ਤੇ ਸੱਚ ਹੀ ਹੈ ਨਾ, ਚੰਗਾ ਲੱਗਣਾ ਚਾਹੀਦਾ ਸੀ ਉਹ ਤਾਂ,
ਪਰ ਅਸਲ 'ਚ ਉਹਦੀ ਤਬੀਅਤ ਚੇਂਜ ਹੈ। ਸੱਚ ਕੌੜਾ ਦੇ ਰੂਪ ਦੇ ਵਿੱਚ ਹੋ ਗਿਆ। ਮਿੱਠੀ ਚੀਜ਼ ਬੇਸਵਾਦੀ ਲੱਗ ਰਹੀ ਹੈ ਹੁਣ ਤਾਂ, ਪਰ ਜਿਹੜੀ ਜ਼ਹਿਰ ਭਰੀ ਹੈ ਉਹ ਹੁਣ ਉਹਨੂੰ ਚੰਗੀ ਲੱਗ। ਹੁਣ ਦਵਾਈ ਕਿੱਡੀ ਕੌੜੀ ਹੁੰਦੀ ਹੈ, ਪਰ ਬੰਦਾ ਉਹਨੂੰ ਜ਼ਿਆਦਾ ਪਿਆਰ ਨਾਲ ਅਸੈਪਟ ਕਰ ਰਿਹਾ ਹੁੰਦਾ ਹੈ ਬੜੀ ਕੌੜੀ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਕਿੱਥੇ ਖੜਾ ਹਾਂ, ਇਹੀ ਮੇਰੇ ਵਾਸਤੇ ਹੁਣ ਚੰਗੀ ਹੈ। ਬਣੀ ਹੋਈ ਚੀਜ਼ ਬਾਕੀਆਂ ਲਈ ਚੰਗੀ ਹੈ, ਉਹਦੇ ਲਈ ਕੌੜੀ। ਉਹ ਕਹਿੰਦਾ ਮੈਂ ਤੈਨੂੰ ਹੱਥ ਵੀ ਨਹੀਂ ਲਾਉਣਾ, ਸਵਾਦ ਹੀ ਨਹੀਂ ਹੈਗਾ ਇਸ ਗੱਲ ਦੇ ਵਿੱਚ। ਮਹਾਰਾਜ ਨੇ ਆਖਿਆ ਬਿਕ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਕੋ ਦੋਏ ਫਲ ਲਾਏ। ਦੋ ਹੀ ਫਲ ਨੇ, ਹਰੇਕ ਦੇ ਸਾਹਮਣੇ ਦੋ ਹੀ ਆਪਸ਼ਨਾਂ ਨੇ, ਤਿੰਨ ਨਹੀਂ ਹੈਗੀਆਂ। ਹੁਣ ਇਹਦੇ ਚੋਂ ਲੇਅਰ ਵੱਖ-ਵੱਖ ਨਿਕਲਦੀਆਂ ਨੇ। ਮਹਾਰਾਜ ਨੇ ਆਖਿਆ ਕਿ ਗੁਣ ਤੇ ਅਵਗੁਣ, ਇਹ ਸੱਚ ਤੇ ਝੂਠ, ਦਿਨ ਤੇ ਰਾਤ, ਨੇਕੀ ਬਦੀ, ਇਹ ਸਭ ਕੁਝ ਇਹਦੇ ਵਿੱਚੋਂ ਨਿਕਲਣਾ ਹੈ। ਬੰਦਾ ਚੋਣ ਤਾਂ ਕਰ ਸਕੇ ਨਾ ਘੱਟੋ ਘੱਟ। ਇਹ ਤਾਂ ਨਾ ਕਹੇ ਕਿ ਬਈ ਮੈਂ ਅਗਰ ਜ਼ਹਿਰ ਖਾ ਰਿਹਾ ਵਾਂ, ਜ਼ਹਿਰ ਭੁਗਤ ਰਿਹਾ ਵਾਂ ਤੇ ਕੀ ਕਰਾਂ, ਰੱਬ ਨੇ ਮੈਨੂੰ ਦਿੱਤਾ। ਇਹ ਤੇ ਬੰਦਾ ਕਹਿ ਨਹੀਂ ਨਾ ਸਕਦਾ, ਉਹ ਲਾਮਾ ਰੱਬ ਨੂੰ ਨਹੀਂ ਦੇ ਸਕਦਾ। ਮਹਾਰਾਜ ਕਹਿੰਦੇ ਜਿਹਨੂੰ ਤੂੰ ਲਾਮਾ ਦੇ ਕੇ ਇਹ ਕਹਿ ਰਹੇ ਨਾ ਉਹਨੇ ਜ਼ਹਿਰ ਦਿੱਤਾ, ਉਹਨੇ ਅੰਮ੍ਰਿਤ ਵੀ ਤਾਂ ਆਪਸ਼ਨ 'ਚ ਦਿੱਤਾ ਨਾ, ਤੂੰ ਉਧਰ ਕਿਉਂ ਨਹੀਂ ਗਿਆ। ਵੇਖੋ ਇੱਕ ਹੋਰ ਬੇਨਤੀ ਕਰਾਂ, ਨੁਕਤੇ ਨੂੰ ਸਮਝਿਓ ਬਸ, ਫਿਰ ਇਹ ਸ਼ਲੋਕ ਥੋੜੇ ਸੁਖੈਨ ਸਮਝ ਆਉਣਗੇ। ਉੱਦਾਂ ਤੇ ਅਸੀਂ ਪੜ੍ਹਦੇ ਹੀ ਹਾਂ, ਸੁਣਦੇ ਵੀ ਹਾਂ। ਗੁਰੂ ਮਹਾਰਾਜ ਨੇ ਆਖਿਆ ਕਿ ਜਦੋਂ ਸਮਝ ਵੀ ਨਾ ਆ ਰਹੀ ਹੋਵੇ ਨਾ ਕਿ ਅਸਲ ਇਹ ਜ਼ਹਿਰ ਹੈ, ਮੈਂ ਟੇਸਟ ਕਰਕੇ ਵੇਖਾਂ, ਬਾਅਦ ਵਿੱਚ ਵੇਖਾਂਗਾ ਇਹਦਾ ਅਮਲ ਕੀ ਹੁੰਦਾ, ਇਹਦਾ ਅਸਰ ਕੀ ਹੁੰਦਾ, ਤੇ ਅੰਮ੍ਰਿਤ ਕੀ ਚੀਜ਼ ਹੈ ਪਤਾ ਨਹੀਂ, ਇਹਦੇ ਵਿੱਚ ਉਹ ਗੱਲ ਬਣਨੀ ਹੋਵੇ ਜਾਂ ਨਹੀਂ ਪਤਾ ਨਹੀਂ, ਅਸਲ 'ਚ ਜਾਣਕਾਰੀ ਨਾ ਹੋਵੇ, ਉੱਥੇ ਫਿਰ ਗੁਰੂ ਦੀ ਲੋੜ ਪੈਂਦੀ ਹੈ। ਅਸਲ ਦੇ ਵਿੱਚ ਸਾਡਾ ਗੁਰੂ ਨਾਲ ਰਿਲੇਸ਼ਨ ਬਣਦਾ ਹੀ ਉਦੋਂ ਹੈ। ਅਸਲ ਦੇ ਵਿੱਚ ਸਾਡੀ ਜ਼ਰੂਰਤ ਬਣ ਜਾਂਦੀ ਹੈ ਗੁਰੂ ਕਹਿੰਦਾ ਮੈਂ ਤੈਨੂੰ ਦੋਨਾਂ ਚੀਜ਼ਾਂ ਦੀ ਤਾਸੀਰ ਦੱਸ ਸਕਦਾ, ਦੋਨਾਂ ਚੀਜ਼ਾਂ ਦੇ ਮੈਂ ਤੈਨੂੰ ਗੁਣ ਤੇ ਅਵਗੁਣ, ਉਹਦੇ ਨੁਕਸਾਨ ਤੇ ਫਾਇਦੇ ਸਮਝਾ ਸਕਦਾ। ਗੁਰੂ ਦਾ ਕੰਮ ਇੰਨਾ ਹੀ ਹੈ ਬਸ। ਕੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ, ਭਗਤਾਂ ਤੋਂ ਪਹਿਲਾਂ ਗੁਣ ਅਵਗੁਣ, ਸੱਚ ਝੂਠ, ਨੇਕੀ ਬਦੀ ਦੁਨੀਆ 'ਚ ਨਹੀਂ ਸੀ ਆਪਸ਼ਨਾਂ ਹੈਗੀਆਂ, ਨਹੀਂ ਸੀ ਪਸਰਿਆ। ਸਿਰਫ ਗੁਰੂ ਮਹਾਰਾਜ ਜੀ ਨੇ ਕੀ ਕੀਤਾ, ਉਹਨਾਂ ਨੇ ਆਖਿਆ ਅਸੀਂ ਜਾਣਕਾਰੀ ਦੇ ਦਿੰਦੇ ਹਾਂ, ਨੌਲੇਜ ਦੇ ਸਕਦੇ ਹਾਂ, ਇਹਦੇ ਅਸਰ ਦੱਸ ਸਕਦੇ ਹਾਂ, ਇਹਦੇ ਰਿਜ਼ਲਟ ਤੁਹਾਨੂੰ ਦਿਖਾ ਸਕਦੇ ਹਾਂ, ਪਰ ਚੋਣ ਫਿਰ ਵੀ ਤੁਹਾਡੀ ਹੀ ਹੋਏਗੀ। ਗੁਰੂ ਨਹੀਂ ਕੁਝ ਕਰ ਸਕਦਾ ਉਹਦੇ ਵਿੱਚ। ਸਾਚਾ ਸਤਿਗੁਰੂ ਕਿਆ ਕਰੇ ਜੋ ਸਿੱਖਾਂ ਵਿੱਚ ਚੂਕ, ਅੰਧੇ ਏਕ ਨਾ ਲਾਗੀ ਜੋ ਬਾਸ ਬਜਾਈਏ ਭੋਗ। ਗੁਰੂ ਦੱਸ ਸਕਦਾ, ਇਨਫੋਰਮੇਸ਼ਨ ਨੌਲੇਜ ਗੁਰੂ ਦੇ ਸਕਦਾ। ਗੁਰੂ ਕਿਸੇ ਨਾਲ ਧੱਕਾ ਨਹੀਂ ਨਾ ਕਰਦਾ, ਬਾਹੋਂ ਫੜ ਕੇ ਨਹੀਂ ਕਹਿੰਦਾ ਆਹੀ ਚੁੱਕ, ਆ ਨਾ ਚੁੱਕ। ਗੁਰੂ ਕਹਿੰਦਾ ਮਰਜ਼ੀ ਤੇਰੀ ਹੈ ਭਰਾਵਾ। ਜੇ ਇਦਾਂ ਨਾ ਹੁੰਦਾ ਤੇ ਸ਼੍ਰੀ ਚੰਦ ਕੁਰਾਹੇ ਪੈ ਜਾਂਦਾ, ਲਖਮੀ ਦਾਸ ਦਾ ਰਾਹ ਹੋਰ ਹੁੰਦਾ ਭਲਾ। ਬਾਬਾ ਨਾਨਕ ਧੱਕਾ ਨਾ ਕਰਦਾ ਉਹਨਾਂ ਤੇ, ਪਰ ਬਾਬਾ ਨਾਨਕ ਕਹਿੰਦਾ ਨਹੀਂ, ਜਿੱਦਾਂ ਮੇਰੇ ਸਾਹਮਣੇ ਰੱਬ ਨੇ ਦੋ ਆਪਸ਼ਨਾਂ ਰੱਖੀਆਂ ਨੇ, ਤੁਹਾਡੇ ਸਾਹਮਣੇ ਵੀ ਦੋ ਹੀ ਰੱਖੀਆਂ ਨੇ। ਮੈਂ ਦੱਸ ਸਕਦਾ ਬੱਚਿਓ ਤੁਹਾਨੂੰ, ਮਰਜ਼ੀ ਤੁਹਾਡੀ, ਆ ਚੁਣ ਲਓ ਜਾਂ ਚੁਣ ਲਓ। ਮੈਂ ਦੱਸ ਸਕਦਾ ਕਿ ਗ੍ਰਸਤੀ ਦੇ ਫਾਇਦੇ ਕੀ ਹੋਣਗੇ ਦੁਨੀਆ ਨੂੰ। ਇਹ ਦੁਨੀਆ ਦੀ ਡਿਵੈਲਪਮੈਂਟ ਦੇ ਵਿੱਚ ਵੀ ਕੰਮ ਆਉਂਦੀ ਹੈ ਗ੍ਰਸਤੀ। ਸੰਜਮ, ਕੰਟਰੋਲ ਕਰਨਾ, ਔਰ ਆਪਣੇ ਜੀਵਨ ਦੇ ਵਿੱਚ ਇਮਤਿਹਾਨ ਤੇ ਪ੍ਰੀਖਿਆਵਾਂ ਇਸੇ ਵੇੜੇ ਵਿੱਚ ਆਉਣਗੀਆਂ। ਇੱਥੇ ਸਫਲ ਕਿਵੇਂ ਹੋ ਕੇ ਦਿਖਾਣਾ ਹੈ, ਇਹ ਬੜੀ ਚੰਗੀ ਆਪਸ਼ਨ ਹੈ ਸਾਡੇ ਲਈ ਗ੍ਰਸਤੀ। ਬੰਦੇ ਨੇ ਸਿਲੈਕਟ ਕੀਤੀ ਹੈ। ਜਾਨਵਰਾਂ ਤੇ ਪੰਛੀਆਂ ਦੀ ਦੁਨੀਆ ਦੇ ਵਿੱਚ ਥੋੜਾ ਲਾਵਾਂ ਹੁੰਦੀਆਂ ਨੇ, ਬੰਦਿਆਂ ਦੀ ਜ਼ਿੰਦਗੀ 'ਚ ਇਹ ਸਭ ਕੁਝ ਹੋਣਾ ਨਾ। ਬੰਦੇ ਨੇ ਇਹ ਸਿਸਟਮ ਆਪ ਕ੍ਰੀਏਟ ਕੀਤਾ, ਆਪ ਬਣਾਇਆ, ਆਪਸ਼ਨ ਆਪ ਇਹ ਚੁਣੀ ਹੈ। ਤੇ ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਤੇ ਝਮੇਲਾ ਹੀ ਹੈ ਜੀ, ਛੱਡੋ ਪਰਾਂ, ਰੋਜ਼ ਦੇ ਝੰਜਟੀ ਨੇ, ਘਰ ਦੇ ਚੱਕਰ ਹੀ ਪਏ ਰਹਿੰਦੇ ਨੇ, ਸੁਰਤਾਰੀ ਨਹੀਂ ਰਲਦੀ ਘਰ ਦੀ ਤੇ ਘਰ ਦੇ ਦੀ ਆਪਸ ਵਿੱਚ 100% ਥੋੜਾ ਮੈਚ ਕਰ ਜਾਂਦੀ ਹੈ, ਹੈ ਹੀ ਨਹੀਂ, ਸੰਭਾਵਨਾ ਹੀ ਨਹੀਂ ਹੈਗੀ ਹੈ। ਜੋ ਕਹਿੰਦੇ ਨੇ ਖਿਮਾ ਕਰਿਓ ਝੂਠ ਬੋਲਦੇ ਹੋਣਗੇ, ਇਹ ਹੋ ਹੀ ਨਹੀਂ ਸਕਦਾ। ਫਰਕ ਤੇ ਰਹਿਣਾ ਹੀ ਰਹਿਣਾ ਹੈ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਏ ਨਾ ਕਿਸੇ ਹੀ ਜਿਹਾ ਹੋ ਪਾਇਆ। ਇਹ ਹੋ ਹੀ ਨਹੀਂ ਸਕਦਾ। ਹਾਂ, ਇੱਕ ਬੰਦਾ ਦੂਜੇ ਨਾਲ ਕੰਪਰੋਮਾਈਜ਼ ਕਰਕੇ ਭਾਵੇਂ ਚੱਲ ਰਿਹਾ ਹੋਵੇ, ਉਹ ਸਮਝੌਤੇ ਹੋਰ ਚੀਜ਼ ਹੁੰਦੀਆਂ ਨੇ, ਪਰ ਸੇਮ ਸੋਚਣੀ ਬਣ ਜੇ, ਸੇਮ ਰਹਿਣ ਸਹਿਣ ਬਣ ਜੇ, ਸੇਮ ਡਿਸੀਜਨ ਬਣ ਜਾਣ, ਇਦਾਂ ਨਹੀਂ ਹੁੰਦਾ ਕਦੇ ਵੀ। ਇਹ ਵੀ ਇੱਕ ਆਪਸ਼ਨ ਹੈ। ਪਰ ਦੂਜੀ ਆਪਸ਼ਨ ਇਹ ਹੁੰਦੀ ਹੈ, ਬੰਦਾ ਕਹਿੰਦਾ ਛੱਡੋ ਪਰਾਂ, ਉਹ ਛੱਡ ਕੇ ਚਲਾ ਜਾਂਦਾ। ਤਜੈ ਗ੍ਰਸਤ ਭਇਆ ਬਨਵਾਸੀ,
ਇੱਕ ਖਿੰਨ ਮਨੂਆ ਟਿਕੇ ਨਾ ਟਿਕਈਆ। ਉਹ ਕਹਿੰਦਾ ਘਰ 'ਚ ਤਾਂ ਮਨ ਹੀ ਨਹੀਂ ਟਿਕਦਾ, ਉੱਥੇ ਰਹੋ, ਜੰਗਲ 'ਚ ਰਹੋ, ਦਰਖਤ ਥੱਲੇ ਬਹੋ, ਘਾਹ ਫੂ ਖਾ ਲਓ, ਬਸ ਇਹ ਠੀਕ ਹੈ। ਕੌਣ ਰੋਜ਼ ਦੇ ਝਮੇਲਿਆਂ 'ਚ ਪਏ ਰਹੇ, ਨਿਆਣਿਆਂ ਦੀਆਂ ਆਪਣੀਆਂ ਡਿਮਾਂਡ, ਮਾਪਿਆਂ ਦੀ ਮੇਰੀ ਨੂੰਹ ਪਤਨੀ ਨਾਲ ਨਹੀਂ ਰਲਣੀ, ਗੱਲ ਬਣਨੀ ਨਹੀਂ, ਰੋਜ਼ ਦੇ ਚੱਕਰ ਹੀ ਨੇ। ਪੰਚਾਇਤਾਂ ਬਿਠਾਵਾਂਗੇ, ਕੀ ਫਾਇਦਾ ਇਹਦਾ। ਸੋ ਹੈ ਤੇ ਦੋ ਰਾਹ ਨੇ ਨਾ। ਬਾਬੇ ਨਾਨਕ ਨੇ ਆਖਿਆ ਮੈਂ ਆ ਚੁਣਾਂਗਾ, ਮੈਂ ਆ ਚੁਣਾਂਗਾ। ਬੱਚਿਆਂ ਨੂੰ ਆਖਿਆ ਦੱਸਾਂਗਾ ਮੈਂ ਤੁਹਾਨੂੰ ਦੋਨਾਂ ਦੀ ਜਾਣਕਾਰੀ, ਮਰਜ਼ੀ ਤੁਹਾਡੀ ਹੈ। ਸ੍ਰੀ ਚੰਦ ਜੀ ਕਹਿੰਦੇ ਨੇ ਮੈਂ ਆ ਚੁਣਾਂਗਾ। ਮਹਾਰਾਜ ਨੇ ਆਖਿਆ ਠੀਕ ਹੈ, ਧੱਕਾ ਕੋਈ ਨਹੀਂ ਹੈਗਾ। ਪਰ ਜਦੋਂ ਕਰਤੇ ਦੇ ਅਸੂਲਾਂ ਦੀ ਕਸਵੱਟੀ ਤੇ ਦੋਨਾਂ ਨੂੰ ਪਰਖਿਆ ਜਾਏਗਾ ਨਾ, ਉਦੋਂ ਪਤਾ ਲੱਗਣਾ ਕਿ ਕਿੱਥੇ ਬੈਨੀਫਿਟ ਸੀ, ਚੰਗਿਆਈ ਕਿੱਥੇ ਸੀ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਰੱਬੀ ਕਲਾਮ ਸੱਤਾ ਤੇ ਬਲਵੰਡ ਦੀ ਰਸਨਾ ਤੋਂ ਉਚਾਰਨ ਹੋ ਕੇ ਗੱਲ ਨਿਕਲ ਆਈ। ਉਹ ਕਹਿੰਦੇ ਪੁੱਤੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀ ਹੈ। ਪੁੱਤੀ ਦਾ ਅਰਥ ਹੈ ਸ਼੍ਰੀ ਚੰਦ ਲਖਮੀ ਦਾਸ ਜੀ ਨੇ ਗੁਰੂ ਦਾ ਕੌਲ ਨਹੀਂ ਪਾਲਿਆ। ਕੌਲ ਕਹਿੰਦੇ ਨੇ ਹੁਕਮ ਨੂੰ, ਉਹਨਾਂ ਦੀ ਸਲਾਹ ਨੂੰ, ਉਹਨਾਂ ਦੀ ਵਿਚਾਰ ਨੂੰ, ਉਹਨਾਂ ਦੇ ਮਸ਼ਵਰੇ ਨੂੰ ਉਹਨਾਂ ਨੇ ਲਿਆ ਹੀ ਨਹੀਂ, ਐਕਸੈਪਟ ਹੀ ਨਹੀਂ ਕੀਤਾ। ਪੁੱਤੀ ਕੌਲ ਨਾ ਪਾਲਿਓ, ਕਰ ਪੀਰੋਂ, ਪੀਰੋਂ ਕਹਿੰਦੇ ਨੇ ਗੁਰੂ ਨੂੰ, ਪੀਰ। ਕਰ ਪੀਰੋਂ ਕੰਨ ਮੁਰੱਟੀ ਹੈ। ਕੰਧ ਕਹਿੰਦੇ ਨੇ ਕੰਧੇ ਨੂੰ, ਭਾਵ ਮੋਢਾ, ਪਿੱਠ। ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛੱਟੀ ਹੈ। ਮਨ ਦਿਲ ਖੋਟਾ ਹੋ ਗਿਆ ਉਹਨਾਂ ਦਾ, ਕਿਉਂਕਿ ਉਹ ਜਿਸ ਐਂਗਲ ਤੋਂ ਦੇਖ ਰਹੇ ਨੇ ਉੱਥੇ ਉਹਨਾਂ ਨੂੰ ਬਾਬਾ ਨਾਨਕ ਸਿਰਫ ਪਿਓ ਨਜ਼ਰ ਆਉਂਦਾ, ਪਿਤਾ ਨਜ਼ਰ ਆਉਂਦਾ ਹੈ, ਗੁਰੂ ਨਜ਼ਰ ਨਹੀਂ ਆਉਂਦਾ। ਇੱਕ ਚੰਗਾ ਸਲਾਹਕਾਰ, ਇੱਕ ਸਿੱਖਿਆਕਾਰ, ਇੱਕ ਟੀਚਰ, ਅਧਿਆਤਮਕ ਆਤਮਾ ਜੀਵਨ ਦਾ ਅਧਿਆਪਕ ਨਜ਼ਰ ਨਹੀਂ ਆ ਰਿਹਾ ਉਹਨਾਂ ਨੂੰ। ਉਹ ਕਹਿੰਦੇ ਨੇ ਪਿਓ ਹੈ ਤੋਂ ਵੱਧ ਹੋਰ ਕੀ ਹੋਏਗਾ ਸਾਡਾ। ਇਤਿਹਾਸ ਦੇ ਵਰਕੇ ਤਾਂ ਹੀ ਤਾਂ ਲਿਖੇ ਗਏ। ਤ੍ਰਿਪਤਾ ਨੇ ਜਾਣਿਓ ਸੁੱਤ, ਕਾਲੂ ਨੇ ਜਾਣਿਓ ਪੁੱਤ। ਸਾਰੇ ਰਿਲੇਸ਼ਨ ਜੁੜੇ ਨੇ ਬਾਬੇ ਨਾਨਕ ਨਾਲ। ਗੁਰੂ ਨਾਨਕ ਸਾਹਿਬ ਸਾਡੇ ਵਾਂਗਰ ਹੀ ਤਾਂ ਰਹੇ ਨੇ ਪਰਿਵਾਰਾਂ ਦੇ ਵਿੱਚ। ਉਹਨਾਂ ਦੇ ਵੀ ਸੱਸ ਸਹੁਰਾ ਸਨ, ਉਹਨਾਂ ਦੇ ਵੀ ਜੀਜਾ ਜੀ ਸਨ, ਉਹਨਾਂ ਦੀ ਵੀ ਭੈਣ ਵਿਆਹੀ ਗਈ, ਉਹ ਆਪਣੇ ਭੈਣ ਦੇ ਘਰ ਰਹੇ ਨੇ ਸੁਲਤਾਨਪੁਰ। ਬਾਬੇ ਨਾਨਕ ਨੇ ਵੀ ਕਿਰਤ ਕੀਤੀ। ਸਭ ਕੁਝ ਇੱਦਾਂ ਹੀ, ਲਾਈਫ ਸਟਾਈਲ ਸੇਮ ਇਨਸਾਨੀ ਜੀਵਨ ਪੱਧਰ ਤੇ ਹੈ। ਪਰ ਸੋਚਣੀ ਜਿਹੜੀ ਹੈ ਨਾ, ਜੋ ਉਡਾਰੀ ਹੈ, ਜੋ ਸੋਚ ਦਾ ਐਂਗਲ ਹੈ, ਜੋ ਡਿਸੀਜ਼ਨ ਹੁਣ ਉਹਨਾਂ ਦੇ ਅੰਦਰ, ਜੋ ਉਹਨਾਂ ਦੇ ਆਪਣੇ ਪਰਮੇਸ਼ਵਰ ਪਰਮਾਤਮਾ ਨਾਲ ਕਮਿਟਮੈਂਟ ਨੇ, ਬਿਲਕੁਲ ਡਿਫਰੈਂਟ ਨੇ, ਵੱਖਰੇ ਨੇ। ਇਸੇ ਕਰਕੇ ਅਸੀਂ ਗੁਰੂ ਕਹਿ ਰਹੇ ਹਾਂ। ਅਦਰਵਾਈਜ਼ ਤਾਂ ਉਹਨਾਂ ਦਾ ਵੀ ਜਨਮ ਹੋਇਆ ਤੇ ਉਹਨਾਂ ਨੇ ਵੀ ਜੋਤੀ ਜੋਤ ਅਖੀਰ ਅਸੈਪਟ ਕੀਤਾ ਜਾਣਾ। ਰਿਸ਼ਤੇਦਾਰੀਆਂ ਵੇਖਦੀਆਂ ਨੇ ਆਪਣੀ ਨਿਗਾਹ ਦੇ ਨਾਲ। ਤ੍ਰਿਪਤਾ ਨੇ ਜਾਣਿਓ ਸੁਤ, ਮਾਤਾ ਤ੍ਰਿਪਤਾ ਕਹਿੰਦੀ ਪੁੱਤ ਹੈ ਮੇਰਾ, ਲਾਲ ਹੈ। ਕਾਲੂ ਜਿਹੜੇ ਉਹਨਾਂ ਦੇ ਚਾਚੇ ਦਾ ਨਾਮ ਸੀ, ਤ੍ਰਿਪਤਾ ਨੇ ਜਾਣਿਓ ਸੁਤ, ਕਾਲੂ ਨੇ ਜਾਣਿਓ ਪੁੱਤ। ਪਿਤਾ ਕਾਲੂ ਕਹਿੰਦੇ ਪੁੱਤ ਹੈ ਮੇਰਾ। ਲਾਲੂ ਨੇ ਭਤੀਜਾ, ਚਾਚਾ ਜੀ ਦਾ ਨਾਮ ਸੀ ਲਾਲੂ ਜੀ, ਉਹ ਕਹਿੰਦੇ ਭਤੀਜਾ ਮੇਰਾ, ਹੋਣਹਾਰ ਭਤੀਜਾ। ਉਹ ਭਤੀਜੇ ਵਾਂਗਰ ਵੇਖ ਰਹੇ ਨੇ ਉਹਨੂੰ। ਉਹ ਕਹਿੰਦੇ ਨੇ ਮੈਂ ਤਾਂ ਚਾਚਾ ਵਾਂ। ਉਹ ਇਸ ਰਿਲੇਸ਼ਨ ਦੇ ਵਿੱਚ ਵੇਖ ਰਹੇ ਨੇ। ਲਾਲੂ ਨੇ ਭਤੀਜਾ, ਮੂਲਿਓ ਜਾਣਿਓ ਸੋ ਜਵਾਈ ਹੈ। ਗੁਰੂ ਨਾਨਕ ਸਾਹਿਬ ਦੇ ਸਹੁਰੇ ਦਾ ਨਾਮ ਹੈ ਮੂਲ ਚੰਦ ਜੀ, ਬਟਾਲੇ ਦੇ। ਉਹ ਕਹਿੰਦੇ ਜਵਾਈ ਜੀ ਨੇ ਮੇਰੇ, ਜਵਾਈ ਹੈ ਮੇਰਾ। ਉਹ ਜਵਾਈ ਦੇ ਰਿਸ਼ਤੇ ਨਾਲ ਵੇਖ ਰਹੇ ਨੇ। ਜਾਣਿਓ ਸੋ ਜਵਾਈ ਹੈ। ਫਿਰ ਅੱਗੇ ਕਹਿੰਦੇ ਚੰਦੋ ਰਾਣੀ ਸਨਬੰਦੀ, ਸੱਸ ਦਾ ਨਾਮ ਸੀ ਚੰਦੋ ਰਾਣੀ ਜੀ, ਬੀਬੀ ਚੰਦੋ ਰਾਣੀ। ਉਹ ਕਹਿੰਦੀ ਜਵਾਈ ਹੈ ਸਾਡਾ, ਸਨਬੰਦੀ ਹੈ ਸਾਡਾ, ਚੰਗਾ ਨੇਕ ਸਨਬੰਦੀ ਹੈ, ਧੀ ਵੀ ਆਈ ਹੈ ਅਸੀਂ ਇਹਦੇ ਨਾਲ ਆਪਣੀ। ਚੰਦੋ ਰਾਣੀ ਸਨਬੰਦੀ, ਜੈ ਰਾਮ ਸਾਲੇ ਕਰ। ਜੈ ਰਾਮ ਜੀ ਬੇਬੇ ਨਾਨਕੀ ਜੀ ਦੇ ਪਤੀ, ਉਹ ਕਹਿੰਦੇ ਰਿਸ਼ਤੇ 'ਚ ਮੇਰਾ ਸਾਲਾ ਆ। ਰਿਸ਼ਤੇਦਾਰੀ ਹੈ। ਭਾਵੇਂ ਕਿ ਸਮਾਂ ਪਾ ਕੇ ਚੀਜ਼ਾਂ ਗਾਲ ਦਾ ਰੂਪ ਧਾਰਨ ਕਰ ਗਈਆਂ, ਪਰ ਅਸਲ ਤਾਂ ਰਿਲੇਸ਼ਨ ਹੀ ਨੇ ਨਾ, ਰਿਸ਼ਤੇਦਾਰੀਆਂ ਹੀ ਨੇ। ਚੰਦੋ ਰਾਣੀ ਸਨਬੰਦੀ, ਜੈ ਰਾਮ ਸਾਲੇ ਕਰ। ਤੇ ਕਹਿੰਦੇ ਮੂਰਖੋ ਨੇ ਜਾਣਿਓ ਨਾਨਕ ਕੁਰਹਾਈ ਹੈ। ਜਿਨ੍ਹਾਂ ਦੇ ਫਰੇਮ 'ਚ ਬਾਬਾ ਨਾਨਕ ਫਿੱਟ ਨਹੀਂ ਬਹਿ ਰਿਹਾ, ਉਹ ਕਹਿੰਦੇ ਕੁਰਾਈ ਗਿਆ, ਇਹ ਤੇ ਹੋਰ ਹੀ ਰਾਹ ਪਿਆ ਹੋਇਆ, ਇਹਦੀ ਸੋਚਣੀ ਹੀ ਹੋਰ ਹੈ, ਮੈਚ ਹੀ ਨਹੀਂ ਕਰਦੀ ਦੁਨੀਆ ਦੇ ਨਾਲ। ਮੂਰਖੋ ਨੇ ਜਾਣਿਓ ਨਾਨਕ ਕੁਰਹਾਈ ਹੈ। ਅੱਗੇ ਸੁਣਿਓ, ਇਤਿਹਾਸਕਾਰ ਕਹਿੰਦੇ ਨੇ ਸ਼੍ਰੀ ਚੰਦ ਲਖਮੀ ਦਾਸ ਜਾਣਿਓ ਬਾਪ ਕਰ। ਉਹ ਕਹਿੰਦੇ ਪਿਓ ਹੈ ਸਾਡਾ, ਹੋਰ ਕੀ ਹੈ ਤੋਂ ਵੱਡਾ। ਦੁਨੀਆ ਦੇ ਲੋਕਾਂ ਦੇ ਪਿਓ ਹੁੰਦੇ ਨੇ, ਸਾਡਾ ਵੀ ਬਾਪ ਹੈ। ਸ਼੍ਰੀ ਚੰਦ ਲਖਮੀ ਦਾਸ ਜਾਣਿਓ ਬਾਪ ਕਰ। ਹੁਣ ਸਾਰੇ ਰਿਲੇਸ਼ਨ ਵਿੱਚ ਕਿੰਨੇ ਪਹਿਲੀ ਵਾਰ ਕਿਹਾ, ਸਿੱਖ ਦੀ ਨਿਗਾਹ ਨਾਲ ਕਿੰਨੇ ਵੇਖਿਆ ਗੁਰੂ ਰੂਪ ਦੇ ਵਿੱਚ। ਉਹ ਪਹਿਲੀ ਨਿਗਾਹ ਕਿਹੜੀ ਸੀ? ਕਹਿੰਦੇ ਨਾਨਕੀ ਨੇ ਜਾਣਿਓ ਰਾਮ ਰੂਪ ਮੇਰੋ ਭਾਈ ਹੈ। ਪਹਿਲੀ ਸਿੱਖ ਨਿਗਾਹ ਬੇਬੇ ਨਾਨਕੀ ਨੂੰ ਹਾਸਲ ਹੋਈ। ਪਹਿਲੀ ਸਿੱਖ ਬਾਬੇ ਨਾਨਕ ਦੀ ਬੀਬੀ ਬਣੀ, ਭੈਣ ਸੀ ਵੱਡੀ 5 ਸਾਲ,
ਉਹ ਕਹਿੰਦੀ ਰੱਬ ਰੂਪ ਹੈ, ਇਹਨੂੰ ਇਦਾਂ ਨਾ ਸਮਝਿਓ ਜੇ, ਨੀਰਾ ਰੱਬ ਹੀ ਹੈ। ਰੱਬ ਪਤਾ ਨਹੀਂ ਅਸੀਂ ਇਦਾਂ ਨਿਗਾਹ ਨਾਲ ਵੇਖਣਾ ਨਹੀਂ ਵੇਖਣਾ, ਇਹਨੂੰ ਹੀ ਵੇਖ ਲਓ ਇੱਕ ਵਾਰ, ਇਹਦੇ ਕਰਮ ਵੇਖ ਲਓ, ਇਹਦੀ ਸੋਚਣੀ ਵੇਖ ਲਓ, ਇਹਦੇ ਪਰਉਪਕਾਰ ਦੇਖ ਲਓ, ਰੱਬ ਹੀ ਹੈ ਬਸ। ਰਾਮ ਰੂਪ ਮੇਰੋ ਭਾਈ ਹੈ। ਸੋ ਬੇਨਤੀ ਇਹ ਕਰ ਰਿਹਾ ਸਾਂ ਕਿ ਮਹਾਰਾਜ ਨੇ ਇਹ ਰਸਤਾ ਅਪਣਾਇਆ, ਪੁੱਤਾਂ ਨੇ ਹੋਰ ਅਪਣਾਇਆ, ਬਾਕੀ ਪਾਤਸ਼ਾਹ ਦੇ ਜੀਵਨ ਦੇ ਵਿੱਚ ਵੀ ਇਹ ਹੋਇਆ। ਇੱਕ ਚੋਣ ਬੰਦੇ ਨੂੰ ਕਰਨੀ ਪੈਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਨਫੋਰਮੇਸ਼ਨ ਦੇ ਰਹੀ ਹੈ, ਨੌਲੇਜ ਦੇ ਰਹੀ ਹੈ, ਸਮਝ ਦੇ ਰਹੀ ਹੈ, ਪਰ ਮਹਾਰਾਜ ਕਹਿੰਦੇ ਨੇ ਧਿਆਨ ਰੱਖੀ, ਚੋਣ ਤੇਰੀ ਹੈ ਭਰਾਵਾ, ਤੈਨੂੰ ਸਮਝਾ ਸਕਦੇ ਹਾਂ, ਤੈਨੂੰ ਸਲਾਹ ਦੇ ਚੰਗੀ ਦੇ ਸਕਦੇ ਹਾਂ, ਮਰਜ਼ੀ ਤੇਰੀ ਹੋਏਗੀ। ਜਦੋਂ ਫਿਰ ਵੀ ਕੋਈ ਉਲਟ ਰਾਏ ਚਲਾ ਜਾਏ ਨਾ, ਪੁੱਠੇ ਰਹਿ ਜਾਏ, ਗੁਰੂ ਫਿਰ ਵੀ ਤਰਸ ਖਾ ਜਾਂਦਾ। ਗੁਰੂ ਫਿਰ ਵੀ ਆਵਾਜ਼ ਮਾਰ ਕੇ ਪਿੱਛੋਂ ਕਹੇਗਾ, ਕਾਹੇ ਰੇ ਬਨ ਖੋਜਨ ਜਾਈ, ਇਹ ਰਸਤਾ ਹੋਰ ਪਾਸੇ ਜਾ ਰਿਹਾ, ਤੂੰ ਰੱਬ ਲੱਭਣ ਚੱਲਣਾ ਇਸ ਰਸਤੇ ਤੇ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੇ ਸੰਗ ਸਮਾਈ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਪਾਈ। ਗੁਰੂ ਤੇ ਤਰਸ ਵਿੱਚ ਹੈ ਨਾ, ਤਰਸ ਖਾ ਰਿਹਾ ਨਾ, ਤਾਂ ਉਹ ਜਾਂਦੇ ਨੂੰ ਆਵਾਜ਼ ਮਾਰ ਕੇ ਪਿੱਛੋਂ ਕਹਿੰਦਾ ਕਿ ਵੇਖੀ, ਜੇ ਕਿਸੇ ਨੇ ਸੁਣ ਲਈ ਨਾ, ਉਸ ਰਸਤੇ ਤੇ 2 ਕਦਮ ਪੁੱਟਿਆ, ਆਵਾਜ਼ ਸੁਣ ਲਈ ਤੇ ਪਰਤ ਆਇਆ, ਬਸ ਸਮਝ ਲਓ ਵਡਭਾਗੀ ਹੈ। ਭੋਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਵੱਡੇ ਭਾਗਾਂ ਵਾਲੇ ਨੇ ਆਵਾਜ਼ ਸੁਣ ਲਈ, ਪਰਤ ਆਇਆ। ਉਹ ਕਹਿੰਦਾ ਨਹੀਂ, ਗੁਰੂ ਨੇ ਮੈਨੂੰ ਰੋਕ ਲਿਆ, ਬਸ ਗੁਰੂ ਕਹਿੰਦਾ ਇੱਧਰ ਜਾਣਾ ਹੀ ਨਹੀਂ, ਇਹ ਤੇਰਾ ਰਸਤਾ ਹੀ ਨਹੀਂ ਹੈਗਾ, ਇੱਧਰ ਚੱਲ, ਜੇ ਜਾਣਾ ਹੈ ਮੈਂ ਤੇਰੇ ਭਲੇ ਲਈ ਸਮਝਦਾ ਹਾਂ। ਹੁਣ 2 ਸ਼ਲੋਕਾਂ ਨੂੰ ਧਿਆਨ ਨਾਲ ਸੁਣਿਓ, 2 ਰਾਹ ਨੇ। ਇੱਕ ਹੈ ਮਾਇਆ ਕਾਰਨ ਧਾਵਈ ਮੂਰਖ ਲੋਕ ਅਜਾਣ। ਮੈਂ ਦੋਨਾਂ ਦੇ ਨਾਲ ਅਰਥ ਕਰਨਾ ਚਾਹੁੰਦਾ ਤਾਂ ਕਿ ਕੰਪੈਰੀਜ਼ਨ ਕਰਨਾ ਥੋੜਾ ਸੌਖਾ ਹੋ ਜਾਏ। ਦੂਸਰੇ ਸ਼ਲੋਕ 'ਚ ਮਹਾਰਾਜ ਕਹਿੰਦੇ ਨੇ, ਜੋ ਪ੍ਰਾਣੀ ਨਿਸ ਦਿਨ ਭਜੇ, ਰੂਪ ਰਾਮ ਤਹਿ ਜਾਣ। ਸ਼ਬਦ ਇੱਥੇ ਭਜੇ ਆਇਆ, ਉੱਥੇ ਧਾਵਈ ਆਇਆ। ਵੇਖੋ ਚੋਣ, ਵੇਖੋ ਕਿੱਡੀ ਪਿਆਰੀ ਮਹਾਰਾਜ ਦੇ ਸ਼ਬਦਾਂ ਦੀ। ਧਾਵਈ ਜਿਹੜਾ ਸ਼ਬਦ ਹੁੰਦਾ ਨਾ, ਉਹਦਾ ਅਰਥ ਹੁੰਦਾ ਧੌਣਾ, ਭਟਕਣਾ, ਭੱਜ ਨਸ ਕਰਨੀ। ਭੱਜਦਾ ਉਹ ਵੀ ਹੈ। ਇੱਕ ਰਸਤਾ ਹੈ ਮਾਇਆ ਕਾਰਨ ਧਾਵਈ, ਇੱਕ ਰਸਤਾ ਹੈ ਪ੍ਰਾਣੀ, ਜੋ ਪ੍ਰਾਣੀ ਨਿਜ ਦਿਨ ਭਜੇ। ਦੋਨਾਂ ਨੂੰ ਤੁਰਨਾ ਪਏਗਾ, ਦੋਨਾਂ ਨੇ ਸਫ਼ਰ ਤੈਅ ਕਰਨਾ, ਕਦਮ ਦੋਨਾਂ ਨੂੰ ਹੀ ਪੁੱਟਣੇ ਪੈਣੇ ਨੇ। ਪਰ ਮਹਾਰਾਜ ਕਹਿੰਦੇ ਨੇ ਜਿਹੜੇ ਮਾਇਆ ਕਾਰਨ ਧਾਵਈ ਨੇ ਨਾ, ਮੈਂ ਪਹਿਲਾਂ ਉਹਦੇ ਬਾਰੇ ਦੱਸ ਦੇਣਾ ਚਾਹੁੰਦਾ, ਉਸ ਰਾਹ ਦੀ ਸ਼ਨਾਖਤ ਕਰ ਲਵੋ। ਜੋ ਮਹਾਰਾਜ ਕਹਿੰਦੇ ਮਾਇਆ ਕਾਰਨ ਧਾਵਈ ਮੂਰਖ ਲੋਕ ਅਜਾਣ। ਕਹਿੰਦੇ ਮੂਰਖਪੁਣਾ ਹੈ ਕਿਉਂਕਿ ਉਹ ਅਜਾਣ ਹੁੰਦੇ ਨੇ। ਅਜਾਣ ਕਹਿੰਦੇ ਨੇ ਨਾ ਸਮਝ ਨਹੀਂ ਹੁੰਦੀ ਉਹਨਾਂ ਨੂੰ, ਅਸਲ ਵਿੱਚ ਰਸਤੇ ਦੀ ਜਾਣਕਾਰੀ ਨਹੀਂ ਹੈ, ਸਮਝ ਨਹੀਂ ਹੈਗੀ ਉਹਨਾਂ ਨੂੰ। ਇਹ ਸਮਝ ਨਹੀਂ ਕਿ ਜਿਹੜੀ ਚੀਜ਼ ਨੂੰ ਫੜਨਾ ਚਾਹ ਰਹੇ ਆ ਨਾ, ਉਹ ਫੜੀ ਨਹੀਂ ਜਾਣੀ। ਮੈਂ ਵਿਸ਼ਾ ਵੈਸੇ ਬੜੀ ਵਾਰੀ ਸਾਂਝਾ ਕਰ ਚੁੱਕਾ, ਫਿਰ ਦੁਹਰਾ ਦੇਵਾਂ। ਬਾਣੀ ਦੇ ਵਿੱਚ ਜਿਹੜੀ ਮਾਇਆ ਕਹੀ ਗਈ ਹੈ ਨਾ, ਮਹਾਰਾਜ ਨੇ ਇਹ ਨਹੀਂ ਆਖਿਆ ਤਿਆਗ ਦਵੋ, ਤਿਆਗ ਦਵੋ। ਮਹਾਰਾਜ ਕਹਿੰਦੇ ਨੇ ਇਹ ਕਰਤੇ ਦੀ ਉਪਜ ਹੈ, ਪਰਮੇਸ਼ਵਰ ਨੇ ਪਦਾਰਥ ਬਣਾਏ ਨੇ। ਇਹ ਮਟੀਰੀਅਲ ਜੋ ਕੁਝ ਵੀ ਹੈ, ਸਥੂਲ ਹੈ, ਇਹ ਪਰਮੇਸ਼ਵਰ ਦੀ ਕਾਢ ਹੈ, ਉਹਦੀ ਕਿਰਤ ਹੈ। ਇਹਨੂੰ ਇੰਜੋਏ ਤੇ ਕੀਤਾ ਜਾ ਸਕਦਾ ਹੈ, ਫੜਿਆ ਨਹੀਂ ਜਾ ਸਕਦਾ। ਬਸ ਆਹ ਫਰਕ ਹੈ। ਜਿਹੜਾ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ, ਹੁਣ ਵੇਖੋ ਜਿਹੜੀ ਚੀਜ਼ ਆਪ ਹੀ ਨਹੀਂ ਟਿਕੀ ਹੋਈ, ਚੱਲ ਰਹੀ ਹੈ, ਲਗਾਤਾਰ ਚੱਲ ਹੈ। ਹੁਣ ਤੁਹਾਨੂੰ ਚੀਜ਼ ਫੜਨ ਲਈ ਜਿੰਨੀ ਰਫ਼ਤਾਰ ਨਾਲ ਉਹ ਜਾ ਰਹੀ, ਉਨੀ ਰਫ਼ਤਾਰ ਨਾਲ ਤੁਹਾਨੂੰ ਉਹਦੇ ਮਗਰ ਦੌੜਨਾ ਪਏਗਾ। ਤੁਹਾਡੀ ਵੀ ਥਿਰਤਾ ਟੁੱਟ ਜਾਏਗੀ, ਤੁਸੀਂ ਸਥਿਰ ਨਹੀਂ ਰਹਿ ਸਕਦੇ, ਉੱਥੇ ਭੱਜਣਾ ਹੀ ਪਏਗਾ ਤੁਹਾਨੂੰ। ਭੱਜੀ ਚੀਜ਼ ਨਾਲ ਭੱਜਣਾ ਹੀ ਪਏਗਾ, ਟਿੱਕੀ ਚੀਜ਼ ਨਾਲ ਟਿਕ ਕੇ ਗੱਲ ਕਰਨੀ ਪਏਗੀ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਖਿਆ, ਇੱਕ ਚੱਲ ਹੈ, ਇੱਕ ਨਿਹਚਲ ਹੈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਸਥਿਰ ਹੈ, ਟਿਕਾ ਵਿੱਚ ਹੈ, ਸਟਿਲ ਇੱਕ ਜਗ੍ਹਾ। ਰੁਕੀ ਹੋਈ ਚੀਜ਼ ਨਾਲ ਰੋਕੀ ਗੱਲ ਕਰਨੀ ਪਏਗੀ, ਤੁਸੀਂ ਭੱਜਦਿਆਂ ਨਹੀਂ ਕਰ ਸਕਦੇ, ਉੱਥੇ ਟਿਕਾ ਹੀ ਚਾਹੀਦਾ। ਤੇ ਭੱਜੀ ਹੋਈ ਚੀਜ਼ ਨਾਲ ਭੱਜਣਾ ਹੀ ਪਏਗਾ, ਨਿਯਮ ਹੈ ਨਾ ਕੁਦਰਤ ਦਾ। ਇਸ ਕਰਕੇ ਮਹਾਰਾਜ ਦੇਖੋ ਸੁਖਮਨੀ ਸਾਹਿਬ 'ਚ ਨਾ ਇੱਕ ਪਦਾ ਹੁੰਦਾ, ਉੱਥੇ ਮਹਾਰਾਜ ਨੇ ਆਖਿਆ ਅਨਿਕ ਭਾਂਤ ਮਾਇਆ ਕੇ ਹੇਤ। ਮਾਇਆ ਦਾ ਕੋਈ ਇੱਕੋ ਹੀ ਰੂਪ ਥੋੜਾ, ਅਸੀਂ ਤੇ ਕਰੰਸੀ ਨੂੰ ਹੀ ਮਾਇਆ ਕਹੀ ਜਾਂਦੇ ਹਾਂ ਆਪਣੀ ਬੋਲੀ ਦੇ ਵਿੱਚ। ਉਹ ਵੀ ਹੈਗੀ, ਇਹ ਨਹੀਂ ਕਿ ਉਹਦੇ ਤੋਂ ਬਾਹਰ ਹੈ, ਪਰ ਮਹਾਰਾਜ ਕਹਿੰਦੇ ਨੇ ਤੇ ਰੂਪ ਬੜੇ ਨੇ, ਬਹੁਤ ਰੂਪ ਨੇ ਇਹਦੇ। ਅਨਿਕ ਭਾਂਤ ਮਾਇਆ ਕੇ ਰੂਪ,
अनेक भांत माया के हेत, सर पर होवत जान अनेत। नेत नित ਦਾ ਅਰਥ ਹੁੰਦਾ ਹੈ ਨਿਤਾ ਪ੍ਰਤੀ ਨਿਤ ਰੋਜ਼। ਅਨੇਤ ਦਾ ਅਰਥ ਹੁੰਦਾ ਜਿਹੜੀ ਰੋਜ਼ਾਨਾ ਰਹਿੰਦੀ ਨਹੀਂ। ਅਨੇਤ ਹੈ ਬਿਨਸਣ ਵਾਲੀ ਹੈ, ਚੱਲ ਹੈ ਬਸ, ਅੱਜ ਹੈ ਕੱਲ ਨਹੀਂ। ਸਰਪਰ ਦਾ ਅਰਥ ਹੁੰਦਾ ਅਖੀਰ, ਲਾਸਟ, ਅੰਤ ਦੇ ਵਿੱਚ। ਇਹਦਾ ਲਾਸਟ ਕੀ ਹੈ? ਸਰਪਰ ਹੋਵਤ ਜਾਨ ਅਨੇਤ। ਹੁਣ ਮਹਾਰਾਜ ਨੇ ਅਗਲੀ ਉਦਾਹਰਣ ਵੇਖੋ ਕਿੱਡੀ ਪਿਆਰੀ ਦਿੱਤੀ। ਕਹਿੰਦੇ ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸ ਹੈ, ਉਹ ਮਨ ਪਛਤਾਵੇ। ਛਾਂ ਹੋਵੇ ਨਾ, ਵੇਖੋ ਧੁੱਪ ਪੈ ਰਹੀ ਹੈ, ਕਿਉਂਕਿ ਨੈਚੁਰਲ ਐਗਜ਼ਾਮਪਲਾਂ ਨੇ ਗੁਰੂ ਗ੍ਰੰਥ ਸਾਹਿਬ 'ਚ। ਸੂਰਜ ਚੜਿਆ ਤੇ ਤਪਸ਼ ਹੋ ਰਹੀ ਹੈ, ਸਾਰੇ ਪਾਸੇ ਤਪਿਆ ਹੋਇਆ। ਜੇਠ ਦਾ ਮਹੀਨਾ ਹੈ, ਜਿਵੇਂ 12 ਮਾਹ ਦੀ ਬਾਣੀ ਵਿੱਚ ਉਦਾਹਰਣ ਦਿੱਤੀ ਨਾ ਕੁਦਰਤੀ ਮਹਾਰਾਜ ਨੇ। ਅਸਾੜ ਤਪੰਦਾ ਤਿਸ ਲਗੇ ਹਰਨਾ ਨਾ ਜਿੰਨਾ ਪਾਸ, ਤਪ ਰਿਹਾ ਹੋਵੇ। ਜਦੋਂ ਸੂਰਜ ਸਿਖਰ ਤੇ ਹੈ, ਸਿਰ ਤੇ ਪੈ ਰਿਹਾ, ਚੱਕਰ ਆ ਰਹੇ ਨੇ, ਤੇ ਬੰਦਾ ਪਿਆਸਾ ਵੀ ਹੈ, ਹਰ ਪਾਸੇ ਸੋਕਾ ਪੈ ਰਿਹਾ, ਉਸ ਵੇਲੇ ਬੰਦਾ ਤੁਰਦਾ ਤੁਰਦਾ ਰਸਤੇ ਦੇ ਵਿੱਚ ਸੋਚਦਾ ਹੈ ਕਿ ਚਲੋ ਕੋਈ ਦਰਖਤ ਆ ਜਾਏ, ਘੜੀ ਉੱਥੇ ਛਾਂ ਮਾਰ ਲਵਾਂਗੇ। ਉਹ ਛਾਂ ਵੀ ਤੇ ਉਸੇ ਕੁਦਰਤ ਦਾ ਨਜ਼ਾਰਾ ਹੈ ਨਾ ਇੱਕ, ਜਿੱਥੇ ਸੂਰਜ ਚੜਿਆ ਤੇ ਧੁੱਪ ਪੈ ਰਹੀ ਹੈ, ਉਹਦੇ ਵਿੱਚੋਂ ਹੀ ਇੱਕ ਨਜ਼ਾਰਾ ਉਹ ਵੀ ਹੈ। ਮਹਾਰਾਜ ਕਹਿੰਦੇ ਨੇ ਛਾਂ ਮਾਣੀ ਜਾ ਸਕਦੀ ਹੈ, ਫੜੀ ਨਹੀਂ ਜਾ ਸਕਦੀ। ਕੋਈ ਬੰਦਾ ਕਹੇ ਮੈਂ ਛਾਂ ਕੈਰੀ ਕਰ ਲਵਾਂ, ਜਿੱਥੇ ਲੋੜ ਪਏਗੀ ਉੱਥੇ ਛਾਂ ਵਰਤ ਲਵਾਂਗਾ, ਮਹਾਰਾਜ ਕਹਿੰਦੇ ਨਹੀਂ ਹੋ ਸਕਦੀ ਇਹ ਗੱਲ। ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸ ਹੈ, ਉਹ ਮਨ ਪਛਤਾਵੇ। ਜੇ ਕੋਈ ਇਹਨੂੰ ਫੜਨ ਦੀ ਕੋਸ਼ਿਸ਼ ਕਰੇਗਾ, ਉਹ ਹੌਲੀ ਹੌਲੀ ਢਲਦੀ ਢਲਦੀ ਮੁੱਕ ਜਾਣੀ ਹੈ, ਤੇ ਬੰਦਾ ਪਛਤਾਵਾ ਰਹਿ ਜਾਏਗਾ ਵੀ ਟਾਈਮ ਵੀ ਖਰਾਬ ਕੀਤਾ ਤੇ ਪੱਲੇ ਹੀ ਨਹੀਂ ਪਈ, ਹੱਥ ਹੀ ਨਹੀਂ ਆਈ। ਮਾਣੀ ਜਾ ਸਕਦੀ ਹੈ। ਧੀ ਪੁੱਤ ਪਰਿਵਾਰ ਔਲਾਦ ਮਟੀਰੀਅਲ ਮਾਣੇ ਜਾ ਸਕਦੇ ਨੇ, ਇੰਜੋਏ ਕੀਤਾ ਜਾ ਸਕਦਾ ਸਾਰਾ ਕੁਝ, ਫੜਿਆ ਨਹੀਂ ਜਾ ਸਕਦਾ। ਕੋਈ ਇਹ ਕਵੇ ਜੀ ਮੈਂ ਗਰੰਟੀ ਲੈਣਾ ਮੈਂ ਜਾਣ ਨਹੀਂ ਦੇਵਾਂਗਾ ਆਪਣੇ ਹੁੰਦਿਆਂ, ਮਹਾਰਾਜ ਕਹਿੰਦੇ ਭੁੱਲ ਜਾ, ਇਹ ਨਹੀਂ ਹੋਣਾ। ਬਹੁਤ ਕੁਝ ਜਾਏਗਾ, ਤੂੰ ਰੋਕ ਨਹੀਂ ਸਕੇਗਾ। ਜੇ ਪਹਿਲਾਂ ਹੀ ਐਕਸੈਪਟ ਕਰ ਲੈਣਾ, ਬਸ ਇੰਜੋਏ ਕਰਨਾ ਹੈ। ਵੇਖੋ ਬਾਣੀ 'ਚ ਇੱਕ ਸ਼ਬਦ ਹੁੰਦਾ ਨਾ, ਜਿੱਥੇ ਮਹਾਰਾਜ ਨੇ ਆਖਿਆ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਪੂਰੀ ਹੋਵੇ ਜੁਗਤ ਦਾ ਅਰਥ ਹੈ ਪਰਫੈਕਟ ਲਾਈਫ, ਕੰਪਲੀਟ। ਮਹਾਰਾਜ ਤੈਨੂੰ ਇਹ ਗੱਲ ਸਮਝਾ ਦੇਣਾ ਚਾਹੁੰਦੇ ਨੇ, ਜੇ ਤੂੰ ਗੁਰੂ ਨਾਲ ਪੁੱਛ ਲਵੇ, ਗੁਰੂ ਨਾਲ ਸਾਂਝ ਕਰ ਲਵੇ। ਨਾਨਕ ਸਤਿਗੁਰੂ ਭੇਟੀਏ ਪੂਰੀ ਹੋਵੇ ਜੁਗਤ, ਹੱਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਇਹ ਹੋਵੇ ਮੁਕਤ। ਇੰਜੋਏ ਕਰ ਤੂੰ, ਬਸ ਖਾਂਦਿਆਂ ਪਾਉਂਦਿਆਂ ਜੀਵਨ ਦੇ ਵਿੱਚ ਇੰਜੋਏ ਕਰ, ਬਸ ਤੂੰ ਵਰਤ ਲੈ ਇਹਨੂੰ, ਛਾਇਆ ਨੂੰ ਹੰਢਾ, ਕੋਈ ਗੱਲ ਨਹੀਂ, ਜਿੰਨਾ ਚਿਰ ਹੈ ਇੰਜੋਏ ਕਰ। ਲਾਈਫ ਇੰਨੀ ਕੋਈ ਤਾਂ ਹੈ, ਫੜਨ ਦੀ ਕੋਸ਼ਿਸ਼ ਨਾ ਕਰੀ ਬਸ। ਜਦੋਂ ਬੰਦਾ ਪ੍ਰਪੇਅਰ ਹੋ ਜਾਏ ਨਾ ਅੰਦਰੂਨੀ ਤੌਰ ਤੇ, ਫਿਰ ਜਾਂਦੀ ਚੀਜ਼ ਜਾ ਰਹੀ ਹੈ ਤੇ ਉਹ ਕਹੇਗਾ ਜਾਣੀ ਹੋਈ ਹੈ, ਜਿਹੜੀ ਚੀਜ਼ ਆਈ ਸੀ ਇਹਨੇ ਜਾਣਾ ਹੀ ਆ ਆਖਿਰ। ਜਿਸ ਕੀ ਵਸਤ ਸਾਗੇ ਰੱਖੈ ਪ੍ਰਭ ਕੀ ਆਗਿਆ ਮਾਨੇ ਮਾਤਾ। ਪਰਾਈ ਅਮਾਨਤ ਕਿਉਂ ਰੱਖੀ ਹੈ? ਦਿੱਤੀ ਹੀ ਸੁਖ ਹੋਏ, ਉਹ ਪ੍ਰਮਾਣ ਕਰੇਗਾ। ਜੋ ਤਿਸ ਭਾਵੈ ਸਾਈ ਭਲੀਕਾਰ, ਉਹ ਕਹੇਗਾ ਸਭ ਚੰਗਾ ਹੈ, ਸਭ ਠੀਕ ਹੈ। ਪਰ ਜਿਹੜਾ ਫੜਨ ਦੀ ਕੋਸ਼ਿਸ਼ ਕਰ ਰਿਹਾ ਨਾ, ਜਦੋਂ ਉਹ ਟੁੱਟੀ, ਉਹ ਚੀਜ਼ ਭੱਜੀ, ਉਹ ਚਲੀ ਗਈ, ਬੰਦੇ ਦੀਆਂ ਚੀਕਾਂ ਨਿਕਲ ਜਾਣਗੀਆਂ ਇੱਕ ਵਾਰੀ, ਧਾਵਾਂ ਮਾਰੇਗਾ, ਕਲਪੇਗਾ। ਹੋ ਸਕਦਾ ਹੈ ਉਹ ਕੌਮਾ 'ਚ ਹੀ ਚਲਾ ਜਾਏ, ਉਹ ਡਿਪਰੈਸ਼ਨ ਦੇ ਵਿੱਚ ਚਲਾ ਜਾਏ, ਕਿਉਂਕਿ ਉਹ ਪ੍ਰਪੇਅਰ ਨਹੀਂ ਹੈਗਾ ਅੰਦਰੋਂ ਦੀ। ਇਹੀ ਰੀਜ਼ਨ ਹੈ, ਅਸੀਂ ਕਲਗੀਧਰ ਮਹਾਰਾਜ ਨੂੰ ਅਗਰ ਸਮਝਣਾ ਹੈ ਨਾ, ਬਾਣੀ ਦੇ ਵਿੱਚੋਂ ਗਹਿਰਾਈ 'ਚ ਜਾ ਕੇ ਸਮਝੀਏ ਕਿ ਜਿਹਦੀ ਔਲਾਦ ਹੋਣਹਾਰ ਪੁੱਤਰ ਨੂੰ ਤੀਰਾਂ ਨਾਲ ਛੰਨੀ ਕਰਕੇ ਵਿੰਨ ਕੇ ਅਗਲਿਆਂ ਨੇ ਵਿਹੜੇ 'ਚ ਸੁੱਟ ਦਿੱਤਾ, ਪਰ ਕਲਗੀਧਰ ਪਾਤਸ਼ਾਹ ਦੇ ਅੱਖਾਂ 'ਚੋਂ ਇੱਕ ਹੰਝੂ ਨਾ ਵਿਗੇ, ਇੱਕ ਸ਼ਿਕਵਾ ਨਾ ਹੋਵੇ, ਆਹਟ ਨਾ ਨਿਕਲੇ, ਰੱਬ ਨੂੰ ਕੋਈ ਲਾਮਾ ਨਾ ਨਿਕਲੇ। ਇਹ ਹੋ ਕਿੱਦਾਂ ਸਕਦਾ? ਇਨਸਾਨੀ ਜੀਵਨ 'ਚ ਕਿੱਦਾਂ ਹੋ ਸਕਦੀ ਇਹ ਗੱਲ? ਸਾਡੇ ਸਾਹਮਣੇ ਤਾਂ ਬੱਚੇ ਨੂੰ ਸੂਈ ਚੁੱਭ ਜਾਏ ਤੇ ਉਹਨੂੰ ਬਾਅਦ 'ਚ ਸਾਡੀਆਂ ਚੀਸਾਂ ਪਹਿਲਾਂ ਨਿਕਲ ਜਾਂਦੀਆਂ ਨੇ। ਗੁਰੂ ਕਲਗੀਧਰ ਮਹਾਰਾਜ ਪੱਥਰ ਦੇ ਤਾਂ ਹੈ ਨਹੀਂ ਨਾ, ਇਨਸਾਨੀ ਜਾਮੇ ਵਿੱਚ ਹੀ ਨੇ ਅਗਲੇ। ਪਰ ਇਹ ਸੰਭਵ ਕਿੱਦਾਂ ਹੋ ਸਕਦੀ ਹੈ? ਲੋਕ ਕਹਿਣਗੇ ਬੜਾ ਔਖਾ ਹੈ ਜੀ, ਇਹ ਮਿੱਥ ਲੱਗਦੀ, ਇੱਦਾਂ ਹੋ ਨਹੀਂ ਸਕਦੀ ਗੱਲ। ਇਹ ਮਿੱਥ ਨਹੀਂ ਹੈ, ਇਹ ਸੱਚ ਹੈ। ਮਹਾਰਾਜ ਨੇ ਆਖਿਆ ਤੁਸੀਂ ਜਦੋਂ ਕੁਦਰਤ ਦੇ ਸੱਚ ਨੂੰ ਸਮਝ ਲਓਗੇ ਨਾ, ਉਦੋਂ ਟੁੱਟਦੀ ਭੱਜਦੀ ਚੀਜ਼ ਤੁਹਾਨੂੰ ਦਿਖੇਗੀ ਔਰ ਸਮਝ ਪੈ ਰਹੀ ਹੋਏਗੀ ਕਹਾਣੀ ਸਾਰੀ। ਸੋ ਹੁਣ ਇਹ ਦੋਨਾਂ ਸਲੋਕਾਂ ਨੂੰ ਦੇਖੋ। ਇੱਕ ਪਾਸੇ ਮਹਾਰਾਜ ਕਹਿੰਦੇ ਨੇ ਫੜਨ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਮਹਾਰਾਜ ਨੇ ਆਖਿਆ ਮੂਰਖ। ਮਾਇਆ ਕਾਰਨ ਧਾਵਈ, ਮਾਇਆ ਦਾ ਅਰਥ ਹੈ ਹਰ ਇੱਕ ਉਹ ਪਕੜ, ਹਰ ਇੱਕ ਉਹ ਚੀਜ਼ ਜਿਹਦੇ ਨਾਲ ਉਹਨੂੰ ਸੱਚ ਭੁੱਲ ਰਿਹਾ, ਰੱਬ ਨਾਲ ਕਨੈਕਸ਼ਨ ਟੁੱਟ ਰਿਹਾ ਉਹਦਾ, ਉਹ ਮਾਇਆ ਬਣ ਰਹੀ ਹੈ ਚੀਜ਼।
ਮਾਇਆ ਕਾਰਨ ਤਾਵਈ ਮੂਰਖ ਲੋਗ ਅਜਾਨ, ਕਹੋ ਨਾਨਕ ਹਰ ਬਿਨ ਹਰ ਭਜਨ। ਕਿਉਂਕਿ ਉਹ ਟਿਕੀ ਹੋਈ ਸੀ। ਬਿਰਥਾ ਜਨਮ ਸਿਰਾਨ, ਸਿਰਾਨ ਕਹਿੰਦੇ ਨੇ ਵਿਅਰਥ ਜਨਮ ਜਿਹੜਾ ਨਾ, ਉਹ ਭੱਜ ਦੌੜ ਦੇ ਵਿੱਚ ਵਿਅਰਥ ਹੀ ਲੰਘ ਜਾਣਾ, ਪੱਲੇ ਪੈਣੀ ਨਹੀਂ, ਛਾਂ ਫੜੀ ਨਹੀਂ ਜਾਣੀ। ਬਾਤ ਸ਼ਾਮਾਂ ਪੈ ਗਈਆਂ, ਬੰਦਾ ਕਹੇਗਾ ਕਿੱਧਰ ਗਈ ਛਾਂ। ਜਿਉਂ ਹੀ ਸੂਰਜ ਢਲਿਆ ਨਹੀਂ, ਛਾਂ ਵੀ ਨਹੀਂ ਰਹਿਣੀ, ਦਿਖਣਾ ਥੋੜਾ ਕਿਤੇ ਗਈ ਛਾਂ। ਸ਼ਾਮਾਂ ਪੈਣਗੀਆਂ, ਉਹਨੂੰ ਪਛਤਾਵਾ ਹੋਣ ਲੱਗ ਪੈਣਾ। ਸਮਾਂ ਹੋ ਗਿਆ, ਪਰ ਕਬੀਰ ਸਾਹਿਬ ਦਾ ਇੱਕ ਸ਼ਬਦ ਮੈਨੂੰ ਚੇਤੇ ਆਇਆ, ਕਿਉਂਕਿ ਅਗਲੇਰੇ ਸਲੋਕ ਨਾਲ ਹੋ ਸਕਦਾ ਨਾ ਉਹ ਅਟੈਚ ਹੋਵੇ, ਪਰ ਮੈਂ ਚਾਹੁੰਦਾ ਕਿ ਇਸ ਗੱਲ ਦੇ ਨਾਲ ਰਿਲੇਟਿਵ ਸਮਝ ਲਿਆ ਜਾਏ। ਕਬੀਰ ਸਾਹਿਬ ਨੇ ਇੱਕ ਥਾਂ ਟਿੱਪਣੀ ਕਰਦੇ ਆਖਿਆ ਬੰਦੇ ਦੀ ਜ਼ਿੰਦਗੀ ਤੇ, ਹਾਸ ਰਸ ਵਿੱਚ ਗੱਲ ਆਖੀ ਹੈ। ਕਹਿੰਦੇ ਮਾਨੋ ਬੰਦਾ ਬੜੇ ਖਲਾਰੇ ਪਾ ਕੇ ਬੈਠਾ ਹੋਇਆ ਪਿੰਡ ਦੇ ਪਿੰਡਾਂ ਦੇ ਵਿੱਚ, ਅਚਨਚੇਤ ਮੌਤ ਆ ਗਈ ਸਾਹਮਣੇ, ਆ ਕੇ ਮੌਤ ਖੜੀ ਹੋ ਗਈ। ਰੱਬੀ ਫਰਿਸ਼ਤੇ ਪਹੁੰਚ ਗਏ, ਚੱਲ ਭਾਈ ਤਿਆਰੀ ਕਰ, ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਚਮਦੇਨਾ। ਇਹ ਸ਼ਬਦ ਹੈ, ਪਰ ਉਹਦੀਆਂ ਪੰਕਤੀਆਂ ਨੇ ਮੇਰੇ ਖਿਆਲ ਨਾਲ ਦੂਜਾ ਤੀਜਾ ਬੰਦ ਹੋਏਗਾ। ਉਸ ਵਿੱਚ ਕਬੀਰ ਸਾਹਿਬ ਨੇ ਆਖਿਆ, ਕਹਿੰਦੇ ਜਦੋਂ ਮੌਤ ਆਈ ਨੇ ਆਖਿਆ ਕਿ ਚੱਲ ਭਾਈ ਹੱਥ ਪੰਨਾ ਝਾੜ ਤੇ ਚਲੀਏ। ਹੁਣ ਇੱਕ ਉਦਾਹਰਣ ਹੈ ਸਮਝਾਉਣ ਮਾਤਰ। ਤੇ ਭਗਤ ਕਬੀਰ ਕਹਿੰਦੇ ਨੇ ਬੰਦਾ ਹੱਥ ਜੋੜ ਕੇ ਪਤਾ ਮੌਤ ਨੂੰ ਕੀ ਕਹਿੰਦਾ, ਫਰਿਸ਼ਤਿਆਂ ਨੂੰ ਕੀ ਕਹਿੰਦਾ ਜਿਨ੍ਹਾਂ ਨਾਲ ਤੁਰਨਾ ਉਹਨੇ, ਕਰੂੰ ਅਰਦਾਸ ਗਾਮ ਕਿਛ ਬਾਕੀ। ਉਹ ਫਰਿਸ਼ਤਿਆਂ ਨੂੰ, ਮੌਤ ਨੂੰ ਵੀ ਹੱਥ ਜੋੜ ਕੇ ਕਹਿੰਦਾ ਠਹਿਰ ਜਾਓ, ਮੈਂ ਤੁਰ ਪਾਂਗਾ, ਪਰ ਬੜਾ ਖਲਾਰਾ ਪਾਇਆ ਹੋਇਆ ਮੇਰਾ ਪਿੰਡਾਂ ਦੇ ਵਿੱਚ, ਮੈਂ ਉਹ ਤਾਂ ਸਮੇਟ ਲਾਂ, ਇੱਕ ਰਾਤ ਦਾ ਚਾਂਸ ਦੇ ਦਿਓ ਹੋਰ ਮੈਨੂੰ। ਕਰੂੰ ਅਰਦਾਸ ਗਾਮ ਕਿਛ ਬਾਕੀ, ਲਿਹੋ ਨਬੇੜ ਆਜ ਕੀ ਰਾਤੀ। ਇੱਕ ਰਾਤ ਦੀ ਮੌਲਤ ਦੇ ਦਿਓ, ਸਾਰਾ ਨਿਬੇੜ ਲਵਾਂ ਕੰਮ, ਕੰਮ ਖਿਲ ਰਿਹਾ ਬੜਾ ਪਿਆ, ਇੱਕ ਰਾਤ ਦੀ ਮੌਲਤ ਤਾਂ ਚਾਹੀਦੀ ਹੈ ਮੈਨੂੰ। ਤੇ ਅਗਲੇ ਪਾਸੇ ਆਇਆ, ਕਹਿੰਦੇ ਕਰੂੰ ਅਰਦਾਸ ਗਾਮ ਕਿਛ ਬਾਕੀ, ਲਿਹੋ ਨਬੇੜ ਆਜ ਕੀ ਰਾਤੀ, ਸੁਬਾ ਨਵਾਜ ਸਰਾਏ ਗੁਜ਼ਾਰੋ। ਭਾਵ ਤੜਕੇ ਤੁਰ ਪਾਂਗਾ, ਮੇਰੀ ਕਮਿਟਮੈਂਟ ਹੈ, ਇੱਕ ਰਾਤ ਚਾਹੀਦੀ, ਮੈਂ ਸਾਰਾ ਕੰਮ ਸਮੇਟ ਲਾਂ ਆਪਣਾ, ਬਸ ਇੱਕ ਰਾਤ। ਹੁਣ ਅੱਗਿਓਂ ਦੀ ਉਹ ਜਿਹੜੇ ਲੈਣ ਆਏ ਸਨ, ਹੱਸ ਕੇ ਕਹਿੰਦੇ ਨੇ ਇੰਨੀਆਂ ਰਾਤਾਂ ਮਿਲੀਆਂ ਤਾਂ ਭਾਈ ਮੁੱਕਿਆ ਨਹੀਂ ਤੇਰਾ ਕੰਮ, ਇੰਨੇ ਦਿਨ ਮਿਲੇ, ਇੰਨਾ ਸਮਾਂ ਮਿਲਿਆ, ਉਦੋਂ ਤਾਂ ਮੁੱਕਿਆ ਨਹੀਂ, ਇੱਕ ਰਾਤ 'ਚ ਕੀ ਮੁਕਾ ਲੇਂਗਾ ਆਪਣੇ ਕੰਮ ਤੋਂ, ਇਹ ਸੰਭਵ ਕਿੱਦਾਂ। ਉਹ ਕਹਿੰਦਾ ਬਸ ਮੈਨੂੰ ਦੇ ਦਿਓ, ਇੱਕ ਰਾਤ ਦੇ ਦਿਓ। ਕਹਿੰਦੇ ਸਾਨੂੰ ਇਹਦਾ ਕੀ ਬੈਨੀਫਿਟ, ਵੀ ਸਾਨੂੰ ਕੀ ਮਿਲਣਾ, ਅਸੀਂ ਤਾਂ ਚੌਂਕੀਦਾਰ, ਸਾਨੂੰ ਭੇਜਿਆ ਗਿਆ, ਤੂੰ ਚੱਲ, ਸਾਨੂੰ ਕੀ ਫਾਇਦਾ ਕੰਮ ਤੇਰੇ ਨਹੀਂ ਮੁੱਕੇ ਤਾਂ। ਹੁਣ ਅਗਲੀ ਪੰਕਤੀ 'ਚ ਕਬੀਰ ਸਾਹਿਬ ਨੇ ਪਤਾ ਕੀ ਆਖਿਆ, ਕਹਿੰਦੇ ਹੁਣ ਉਹ ਰਿਸ਼ਵਤਾਂ ਦੇਣ ਤੇ ਆ ਗਿਆ, ਜਦੋਂ ਏਦਾਂ ਨਾ ਮੰਨੇ ਬੇਨਤੀ ਕਰਕੇ। ਉਹ ਕਹਿੰਦਾ ਕਿ ਕਿਛ ਵੀ ਖਰਚ ਤੁਮਹਾਰਾ ਸਾਰੂ, ਰਾਹ ਦਾ ਚਾਹ ਪਾਣੀ ਦਾ ਖਰਚਾ ਤੁਹਾਡਾ ਮੈਂ ਚੁੱਕ ਲਵਾਂਗਾ, ਜਿਹੜਾ ਰਾਹ ਦਾ ਕੋਈ ਖਾਣ ਪੀਣ ਦਾ ਖਰਚਾ ਹੋਏਗਾ ਨਾ ਮੇਰੇ ਪੱਲੇ ਪਾ ਦਿਓ ਜੀ। ਖਿੱਚ ਵੀ ਖਰਚ ਤੁਮਹਾਰਾ ਸਾਰੂ, ਸੁਬਹ ਨਿਵਾਜ ਸਹਾਏ ਗੁਜ਼ਾਰੂ। ਇੱਕ ਟਿੱਪਣੀ ਹੈ ਉਸ ਬੰਦੇ ਤੇ ਜਿਹੜਾ ਕਹਿੰਦਾ ਮੈਨੂੰ ਵੇਲ ਹੀ ਨਹੀਂ ਮਿਲਦੀ, ਮਿਲਣੀ ਵੀ ਨਹੀਂ ਹੈਗੀ, ਜਦੋਂ ਮਿਲੀ ਤੇ ਉਦੋਂ ਫੱਟੇ ਤੇ ਪਿਆ ਬਿਲਕੁਲ ਵਿਹਲਾ ਹੀ ਹੋਏਗਾ ਫਿਰ ਹੁਣ, ਪਰ ਕੁਝ ਕਰ ਨਹੀਂ ਸਕਦਾ। ਸੋ ਇਸ ਕਰਕੇ ਮਹਾਰਾਜ ਨੇ ਆਖਿਆ ਕਿ ਇੱਕ ਦੌੜ ਭੱਜ ਜਿਹੜੀ ਹੈ ਨਾ, ਇਹ ਸਾਰੀ ਜ਼ਿੰਦਗੀ ਚੱਲਦੀ ਹੈ ਇੱਦਾਂ। ਤੇ ਦੂਸਰਾ ਰਾਹ ਕਿਹੜਾ ਹੈ, ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤਹਿ ਜਾਨ। ਦੂਜੀ ਆਪਸ਼ਨ ਸੀ ਰੱਬ ਰੂਪ ਹੋ ਜਾਣ ਦੀ, ਗੁਣਾਂ ਦੀ ਪ੍ਰੈਕਟਿਸ ਕਰਨ ਦੀ, ਘਰ ਪਰਿਵਾਰ 'ਚ ਰਹਿ ਕੇ ਕਿਰਤ ਵਿਹਾਰ ਕਰਦਿਆਂ ਰੱਬੀ ਗੁਣਾਂ ਨੂੰ ਇਕੱਠਿਆਂ ਕਰਨਾ, ਸਾਰੇ ਪਾਸਿਓਂ ਹਰੇਕ ਵਿੱਚੋਂ ਗੁਣ ਇਕੱਠੇ ਕਰਨੇ, ਰੱਬ ਰੂਪ ਹੋ ਜਾਣਾ। ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤਹਿ ਜਾਨ। ਵੇਖੋ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੋਈ ਇੱਕ ਆਇਡੈਂਟੀਟੀ ਨਹੀਂ ਦੱਸੀ ਕਿ ਆ ਫਲਾਣਾ ਹੀ ਰੱਬ ਰੂਪ ਹੋ ਸਕਦਾ। ਪ੍ਰਾਣੀ ਸ਼ਬਦ ਕਾਮਨ ਹੈ, ਇਹਦੇ 'ਚ ਬੱਚਾ ਕੀ, ਬਜ਼ੁਰਗ ਕੀ, ਬੀਬੀ ਕੀ, ਹਿੰਦੂ ਕੀ ਤੇ ਸਿੱਖ ਕੀ ਤੇ ਮੁਸਲਮਾਨ ਕੀ, ਕਾਮਨ ਹੈ, ਕੋਈ ਵੀ ਹੋ ਸਕਦਾ। ਜੋ ਪ੍ਰਾਣੀ ਨਿਸ ਦਿਨ ਭਜੇ, ਦਿਨ ਰਾਤ ਅਗਰ ਇੱਧਰ ਨੂੰ ਮਿਹਨਤ ਕਰੇ, ਤੁਰੇ, ਰੂਪ ਰਾਮ ਤਹਿ ਜਾਨ, ਰੱਬ ਰੂਪ ਉਹਨੇ ਹੋ ਜਾਣਾ। ਹਰ ਜਨ ਹਰ ਅੰਤਰ ਨਹੀਂ, ਉਸ ਇਨਸਾਨੀ ਜੀਵਨ ਤੇ ਰੱਬ ਦੇ ਵਿੱਚ ਹੁਣ ਕੋਈ ਫਰਕ ਨਹੀਂ ਲੱਭ ਸਕਦਾ। ਜਿਵੇਂ ਕਬੀਰ ਸਾਹਿਬ ਨੇ ਆਖਿਆ ਨਾ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ, ਕੋਈ ਨਾ ਸਕੇ ਪਛਾਨੀ। ਭੱਟਾਂ ਨੇ ਇਸੇ ਕਰਕੇ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਆਖੀ ਗੱਲ, ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ, ਪਰ ਭੰਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਤੁਸੀਂ ਵੀ ਰੱਬ ਰੂਪ ਹੋ, ਕੋਈ ਫਰਕ ਨਹੀਂ ਹੈਗਾ। ਜਿੰਨਾ ਅਸੀਂ ਰੱਬ ਬਾਰੇ ਸੁਣਿਆ ਨਾ, ਬਸ ਸਭ ਕੁਝ ਤੁਹਾਡੇ ਵਿੱਚੋਂ ਹੀ ਅਸੀਂ ਉਹ ਵੇਖਿਆ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ।
महाराज कहते हैं हे नानक ये गल सच्ची करके मन, हकीकत है, ये कोई पोएट्री नहीं हैगी, प्रैक्टिस करके वेख ला, रब रूप ना होया तो। सो गुरु कृपा करे, बख्शिश करे, टिके हुए ना लाओ, टिकन का यतन करिए। प्रभ की बाणी सबको बोलै, आप अडोल ना कबू हों डोलै। होइयां भुलां चुकां दी खिमा। वाहिगुरु जी का खालसा, वाहिगुरु जी की फतेह।